मैं देव सिद्धू एक बार फिर हाजिर हो चुका जी लैके प्रोग्राम साडे मसले साडे हल। तो दोस्तों तुसीं जानते हो कि प्रोग्राम असीं हर बुधवार शामां नूं 7 वजे बिल्कुल लाइव लैके आउने आ। साडे फेसबुक पेज तो साडे यूट्यूब चैनल तो यह प्रोग्राम लाइव किया जाता, जिहदे विच देश दुनिया के अहम मसलिਆਂ ते गलबात हुंदी है, टीका टिप्पणी हुंदी है, ते नाल दी नाल तुहाडे सवालों नूं तुहाडीआं टिप्पणियां नूं विचारिया जाता। सो अज भी मैं उम्मीद करता कि तुसीं अपनी टिप्पणियां नाल अपने सवालों नाल इस प्रोग्राम 'ਚ शिरकत जरूर करोगे। तो अज मेरे नाल दो मेहमान जिहड़े मौजूद ने इस प्रोग्राम 'ਚ, आओ पहलों उन्हां दा स्वागत करिए फिर करते हैं अगली गलबात। दलजीत जी ते खत्री साहब प्यार भरी सत श्री अकाल। सत श्री अकाल जी प्रोग्राम ते थैंक यू जी। खत्री साहब जिद्दां पंजाब 'ਚ कुर्सी दा रौला ना, साडे प्रोग्राम 'ਚ भी रौला है जिहड़ा विचली कुर्सी है ना, लसाड़ा साहब ਲਈ रात नहीं रखी ਤੇ ਕਿੱਦਾਂ ਦਾ ਲੱਗ ਰਿਹਾ ਅੱਜ ਉੱਥੇ ਬੈਠ ਕੇ? ਬਹੁਤ ਵਧੀਆ ਲੱਗ ਰਿਹਾ ਜੀ, ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਚਾਂਸ ਦਿੱਤਾ ਇੱਥੇ ਬੈਠਣ ਦੇ ਲਈ। ਇਹ ਚਾਂਸ ਤਾਂ ਲਸਾੜਾ ਸਾਹਿਬ ਨੇ ਦਿੱਤਾ, ਉਹ ਛੁੱਟੀ ਮਾਰ ਕੇ ਤੁਹਾਨੂੰ ਭਾਲ ਹੋਰ ਦਲਜੀਤ ਜੀ ਤੁਸੀਂ ਸੁਣਾਓ ਕਿੱਦਾਂ ਰਿਹਾ ਹਾਲ ਚਾਲ? ਹਾਲ ਚਾਲ ਬਹੁਤ ਵਧੀਆ ਆ, ਖਾਸ ਤੌਰ ਤੇ ਮੌਸਮ ਬੜਾ ਆਪਾਂ ਕੁਈਨਜ਼ਲੈਂਡ ਦਾ ਇੰਜੋਏ ਕਰ ਰਹੇ ਆ ਤੇ ਆਪਾਂ ਇੱਥੇ ਬ੍ਰਿਸਬੇਨ ਦੇ ਰਹਿਣ ਵਾਲੇ ਆ ਤੇ ਇੱਥੇ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਗਰਮੀ ਪੈਂਦੀ ਇਹਨਾਂ ਦਿਨਾਂ ਦੇ ਵਿੱਚ। ਇਸ ਵਾਰ ਬਹੁਤੀ ਗਰਮੀ ਮਾਣਨ ਦਾ ਜਿੱਦਾਂ ਕਹਿ ਲਓ ਕਿ ਇੰਜੋਏ ਨਹੀਂ ਕਰ ਪਾਏ ਗਰਮੀ ਵੀ, ਕਿਉਂਕਿ ਮੀਂਹ ਬਹੁਤ ਪਏ ਆ ਇਸ ਵਾਰ। ਪਰ ਆ ਪਿਛਲੇ ਵੀਕ 2-3 ਦਿਨ ਜੇ ਕਹਿ ਲਓ ਵੀ ਇੱਕਦਮ ਹੀ ਇੰਨੀ ਜ਼ਿਆਦਾ ਗਰਮੀ ਪਈ ਆ ਕਿ ਉਹਦੇ ਨਾਲ ਲੱਗਾ ਵੀ ਨਹੀਂ ਹੁਣ ਮੀਂਹ ਵੀ ਪੈ ਜਾਣੇ ਚਾਹੀਦੇ ਆ। ਤੇ ਰੁੱਤਾਂ ਵੈਸੇ ਚਲੋ ਸਾਰਿਆਂ ਨੂੰ ਇੰਜੋਏ ਕਰਨਾ ਚਾਹੀਦਾ, ਪਰ ਹੁਣ ਮੀਂਹ ਫਿਰ ਸ਼ੁਰੂਆਤ ਹੋ ਗਈ। ਅੱਜ ਵੀ ਕਾਫੀ ਜ਼ਿਆਦਾ ਮੀਂਹ ਪਿਆ, ਕੱਲ ਵੀ ਸਟੋਰਮ ਬਹੁਤ ਜ਼ਿਆਦਾ ਭਾਰੀ ਆਇਆ ਸੀਗਾ ਤੇ ਆਉਣ ਵਾਲੇ ਦਿਨਾਂ ਵਿੱਚ ਫਿਰ ਇਦਾਂ ਹੀ ਮੌਸਮ ਦੀ ਜਿਹੜੀ ਤਬਦੀਲੀ ਦੀ ਸੰਭਾਵਨਾ ਹੈਗੀ ਆ। ਤੇ ਕੁਈਨਜ਼ਲੈਂਡ ਦੇ ਸਾਰੇ ਜਿਹੜੇ ਲੋਕ ਆ ਜਿੰਨੇ ਵੀ, ਤੇ ਉਹ ਜ਼ਰੂਰ ਆਪਣਾ ਖਿਆਲ ਰੱਖਣ। ਖਾਸ ਤੌਰ ਤੇ ਸਟੋਰਮ ਦੀ ਸੰਭਾਵਨਾ ਆ, ਕਾਰਾਂ ਆਪਾਂ ਬਾਹਰ ਸੜਕਾਂ ਦੇ ਉੱਤੇ ਲਾਈਆਂ ਹੁੰਦੀਆਂ ਤੇ ਕੱਲ ਵੀ ਦੇਖਿਆ ਅਸੀਂ ਕਿ ਬਹੁਤ ਸਾਰੇ ਟਾਣੇ ਟੁੱਟੇ ਆ ਤੇ ਕਾਰਾਂ ਦੇ ਉੱਤੇ ਡਿੱਗੇ ਆ। ਇਸ ਕਰਕੇ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ। ਜਿੱਦਾਂ ਇੱਥੇ ਦਲਜੀਤ ਜੀ ਮੌਸਮ ਦਾ ਵਿਸ਼ਵਾਸ ਹੀ ਨਹੀਂ ਨਾ, ਕਦੀ ਤੂਫਾਨ, ਕਦੀ ਗਰਮੀ, ਕਦੀ ਮੀਂਹ। ਇੱਦਾਂ ਇਸ ਵੇਲੇ ਪੰਜਾਬ 'ਚ ਵੀ ਮੌਸਮ ਇੱਦਾਂ ਦਾ ਬਣਿਆ ਹੋਇਆ ਕਿਉਂਕਿ ਉੱਥੇ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਉੱਥੋਂ ਤੱਤੀਆਂ ਖਬਰਾਂ ਹਰ ਵੇਲੇ ਆ ਰਹੀਆਂ। ਪਰ ਖੱਤਰੀ ਸਾਹਿਬ, ਮੈਂ ਇਲੈਕਸ਼ਨਾਂ ਵੱਲ ਜਾਣ ਤੋਂ ਪਹਿਲਾਂ ਇੱਕ ਥੋੜ੍ਹੀ ਜਿਹੀ ਬਜਟ 'ਤੇ ਗੱਲ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਕੇਂਦਰੀ ਬਜਟ ਆ ਉਹ ਆਇਆ, ਉਹਦੇ 'ਤੇ ਗੱਲ ਜ਼ਰੂਰ ਕਰਨੀ ਚਾਹੂੰਗਾ ਆਪਣੇ ਦਰਸ਼ਕਾਂ ਨੂੰ, ਉੱਤੇ ਉਹਦੇ ਬਾਰੇ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੂੰਗਾ। ਸੋ ਜਿਹੜੀ ਮੇਰੀ ਸ਼ੁਰੂਆਤ ਆ ਉਹ ਤੁਹਾਡੇ 'ਤੇ ਹੋਊਗੀ। ਪਹਿਲਾਂ ਥੋੜ੍ਹਾ ਜਿਹਾ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਜਿਹੜਾ ਕੇਂਦਰੀ ਬਜਟ ਜਿਹੜਾ ਭਾਰਤ ਦੇ ਵਿੱਚ ਆਇਆ ਉਹਦੇ 'ਤੇ ਥੋੜ੍ਹੀ ਗੱਲਬਾਤ ਜ਼ਰੂਰ ਕਰੋ। ਜਿਹੜਾ ਇਹ ਕੇਂਦਰੀ ਬਜਟ ਇਸ ਵਕਤ ਆਇਆ, ਇਹਦੇ ਪ੍ਰਤੀ ਬਹੁਤ ਸਾਰਿਆਂ ਦੇ ਅਲੱਗ-ਅਲੱਗ ਰਿਐਕਸ਼ਨ ਨੇ, ਕੁਝ ਨੈਗੇਟਿਵ ਨੇ, ਕੁਝ ਚੰਗੇ ਵੀ ਨੇ। ਤੇ ਇਸ ਬਜਟ ਦੇ ਬਾਰੇ ਜੇ ਮੈਂ ਗੱਲ ਕਰਾਂ, ਕਿਉਂਕਿ ਬਜਟ ਤਾਂ ਬਹੁਤ ਵੱਡਾ, ਜੇ ਆਪਾਂ ਉਹਨੂੰ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ 1-1.5 ਘੰਟਾ ਵੀ ਕਾਫੀ ਘੱਟ ਹੈ ਉਹਦੇ ਲਈ। ਪਰ ਜੇ ਆਪਾਂ ਮੋਟੀ ਵੀ ਉਹਦੇ ਬਾਰੇ ਗੱਲ ਕਰੀਏ ਤਾਂ ਇਹਨੂੰ ਜਿੱਦਾਂ ਕਿ ਉਹਨਾਂ ਨੇ ਇੰਟਰੋਡਿਊਸ ਇਸ ਤਰੀਕੇ ਨਾਲ ਕੀਤਾ ਗਿਆ ਕਿ ਵੀ ਇਹ ਅੰਮ੍ਰਿਤ ਕਾਲ ਹੈ, ਕਿ ਇੱਕ ਬਹੁਤ ਚੰਗਾ ਸੁਨਹਿਰੀ ਮੌਕਾ ਹੈ ਹੁਣ ਇੰਡੀਆ ਦੇ ਲਈ ਕਿ ਵੀ ਗਰੋ ਕਰਨ ਦਾ। ਤੇ ਜਿਹੜਾ ਬਜਟ ਵੀ ਆਪਣਾ ਇਹ 39.45 ਲੱਖ ਕਰੋੜ ਦਾ ਬਜਟ ਬਣਾਇਆ ਗਿਆ ਹੈ ਜਿਹੜਾ ਅਗਲੇ ਸਾਲ ਦੇ ਲਈ 2022 ਤੇ 23 ਦੇ ਲਈ। ਤੇ ਉਹਦੇ ਵਿੱਚ ਜਿਹੜੀਆਂ ਮੇਨ ਜਿਹੜੀਆਂ ਆਪਾਂ ਗੱਲਾਂ ਕਰੀਏ ਕਿ ਉਹਨਾਂ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਤੇ 4 ਪਾਰਟ ਦੇ ਵਿੱਚੋਂ ਜਿਹੜੇ ਮੇਨਲੀ ਜਿਹੜੇ ਕੰਸਰਨ ਹੈ ਉਹ ਸਭ ਤੋਂ ਵੱਧ ਉਹਨਾਂ ਦਾ ਦਿੱਤਾ ਜਿਹੜਾ ਕੰਸਰਨ ਹੈ ਉਹ ਹੈਗਾ ਟਰਾਂਸਪੋਰਟੇਸ਼ਨਸ ਦੇ ਉੱਤੇ। ਕਿ ਜਿੱਦਾਂ ਕਿ ਸਾਡੇ ਜਿਹੜੇ ਨੈਸ਼ਨਲ ਹਾਈਵੇ ਨੇ ਉਹਨਾਂ ਨੇ 25,000 ਕਿਲੋਮੀਟਰ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਵਧਾਵਾਂਗੇ, ਨੈਸ਼ਨਲ ਹਾਈਵੇ ਨੂੰ ਬਹੁਤ ਜ਼ਿਆਦਾ ਅੱਗੇ ਗਰੋ ਕਰਾਂਗੇ। ਫਿਰ ਉਹਨਾਂ ਨੇ ਜਿਹੜੇ ਆਪਣੇ ਸੀਵੇਜ਼ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਆ, ਰੇਲਵੇਜ਼ ਨੂੰ ਬਹੁਤ ਜ਼ਿਆਦਾ ਕਿਹਾ ਗਿਆ ਆ ਕਿ ਵੀ ਅਸੀਂ ਉਹਨਾਂ ਨੂੰ ਵਧਾਵਾਂਗੇ, ਉਹਨਾਂ ਦੇ ਉੱਤੇ ਪੈਸਾ ਖਰਚਣ ਦਾ ਕੀਤਾ ਗਿਆ ਆ। ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਮਤਲਬ ਇੱਕ ਤਰੀਕੇ ਨਾਲ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਵੱਧ ਗੱਲ ਹੋਈ ਹੈ, ਦੂਜੇ ਨੰਬਰ ਤੇ ਜਿਹੜੀ ਗੱਲ ਹੋਈ ਹੈ ਜੀ ਉਹ ਡਿਜੀਟਲ ਇੰਡੀਆ ਦੇ ਉੱਤੇ ਗੱਲ ਹੋਈ ਆ ਕਿ ਇੰਡੀਆ ਨੂੰ ਵੱਧ ਤੋਂ ਵੱਧ ਡਿਜੀਟਲ ਕੀਤਾ ਜਾਵੇ। ਜਿਹੜਾ ਕਿ ਇਹਦੇ ਵਿੱਚ ਬਹੁਤ ਸਾਰੇ ਛੋਟੇ ਪੁਆਇੰਟ ਆਉਂਦੇ ਨੇ, ਉਹਦੇ ਵਿੱਚੋਂ ਇੱਕ ਪੁਆਇੰਟ ਇਹ ਵੀ ਹੈ ਕਿ ਵੀ ਜਿੱਦਾਂ ਇੰਡੀਆ ਦੇ ਵਿੱਚ ਜਿਹੜੀ ਆਪਾਂ ਪੈਸਾ RBI ਕੱਢਦੀ ਆ ਹਰ ਸਾਲ, ਜਾਂ ਕੋਈ ਵੀ ਪੈਸਾ ਆਪਣੇ ਬਾਹਰ ਨਿਕਲਦਾ ਆ, ਜਿੱਦਾਂ ਪਹਿਲਾਂ ਪ੍ਰਿੰਟ ਮੀਡੀਆ ਦੇ ਥਰੂ ਨਿਕਲਦਾ ਸੀਗਾ ਕਿ 1 ਲੱਖ ਰੁਪਇਆ ਮੀਡੀਆ ਕਹਿ ਰਿਹਾ, ਪ੍ਰਿੰਟ ਪ੍ਰਿੰਟ ਆਉਂਦਾ ਸੀਗਾ ਪੈਸਾ, ਹਾਂਜੀ ਨਾ ਪ੍ਰਿੰਟ ਮਨੀ ਆਉਂਦੀ ਸੀ, ਹਾਂਜੀ ਪ੍ਰਿੰਟ ਕਰੰਸੀ ਆਉਂਦੀ ਸੀ। ਤਾਂ ਉਸਨੂੰ ਹੁਣ ਇਸ ਤਰੀਕੇ ਨਾਲ ਉਹਨਾਂ ਨੇ ਇਸ ਵਾਰ ਪਹਿਲੀ ਵਾਰ ਇਹ ਕੀਤਾ ਗਿਆ ਕਿ ਵੀ ਜੇ 1 ਲੱਖ ਰੁਪਇਆ ਬਾਹਰ ਕੱਢਣਾ ਹੈ ਤਾਂ ਉਹਦੇ ਵਿੱਚ 90,000 ਪ੍ਰਿੰਟ ਨਿਕਲੂਗਾ ਤੇ 10,000 ਉਹ ਡਿਜੀਟਲ ਨਿਕਲੂਗਾ। ਤਾਂ ਇਸ ਨੂੰ ਡਿਜੀਟਲ ਇੰਡੀਆ ਦਾ ਦੌਰ ਹੁਣ ਇੱਕ ਤਰ੍ਹਾਂ, ਜਿੰਨੀ ਵੀ ਪ੍ਰਮੋਸ਼ਨ ਤੁਸੀਂ ਦੇਖੋਗੇ ਲਗਭਗ ਜਿੰਨੇ ਵੀ ਉਹਦੇ ਵਿੱਚ ਆਏ ਆ ਉਹ ਤਾਂ ਸਾਰਾ ਡਿਜੀਟਲ ਇੰਡੀਆ ਨੂੰ ਪ੍ਰਮੋਟ ਕਰਨ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਕਿ ਡਿਜੀਟਲ ਇੰਡੀਆ ਦੇ ਉੱਤੇ ਬਹੁਤ ਫੋਕਸ ਕੀਤਾ ਗਿਆ। ਤੇ 3rd ਨੰਬਰ ਤੇ ਜਿਹੜਾ ਕਿ ਇੱਕ ਬਿਜ਼ਨਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ। ਹੁਣ ਇਹਦੇ ਵਿੱਚ ਮੇਰਾ ਜਿਹੜਾ ਪਰਸਨਲ ਵਿਚਾਰ ਇਹ ਹੈ ਕਿ ਜਦੋਂ ਵੀ ਬਿਜ਼ਨਸ ਦੀ ਗੱਲ ਆਉਂਦੀ ਆ ਤਾਂ ਬਿਜ਼ਨਸ ਦੇ ਵਿੱਚ ਬਹੁਤ ਸਾਰੇ ਬੰਦੇ, ਉਹਨਾਂ ਦਾ ਸਭ ਤੋਂ ਪਹਿਲਾ ਪੁਆਇੰਟ ਇੱਕੋ ਇੱਕ ਚੱਲ ਜਾਂਦਾ ਆ ਕਿ ਉਹ ਪਹੁੰਚ ਜਾਂਦੇ ਨੇ ਸਿੱਧਾ ਟਾਟਾ ਬਿਰਲਾ, ਆਪਾਂ ਬਹੁਤ ਵੱਡੇ ਲੈਵਲ ਤੇ ਪਹੁੰਚ ਜਾਂਦੇ ਆ। ਤਾਂ ਮੈਨੂੰ ਬਜਟ ਦੇ ਵਿੱਚ ਜਿਹੜੀ ਖਾਸ ਗੱਲ ਲੱਗੀ, ਜਿਹੜਾ ਮੈਂ ਆਪਣੇ ਪਰਸਨਲ ਲੈਵਲ ਤੇ ਸੋਚਦਾ ਕਿ ਜਿਹੜੇ ਰੋਡ ਵੀ ਹੈ ਜਾਂ ਜੋ ਵੀ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਉਹ ਇੱਕ ਜਿਹੜੇ ਉੱਥੇ ਦੇ ਸਟਾਰਟਅਪਸ ਨੇ, ਛੋਟੇ ਬਿਜ਼ਨਸ ਵਾਲੇ ਨੇ, ਛੋਟੇ ਬਿਜ਼ਨਸ ਵੀ ਜੌਬਸ ਕ੍ਰੀਏਟ ਕਰਦੇ ਨੇ, ਠੀਕ ਹੈ ਜੀ।
ਤਾਂ ਉਹਦੇ ਉੱਤੇ ਵੀ ਉਹਨਾਂ ਨੇ ਫੋਕਸ ਕੀਤਾ ਗਿਆ ਕਿ ਵੀ ਉਹਦੇ ਉੱਤੇ ਰੋਡ ਨੂੰ ਜਿੰਨਾ ਜ਼ਿਆਦਾ ਸਾਡੀ ਟਰਾਂਸਪੋਰਟੇਸ਼ਨ ਈਜ਼ੀ ਹੋਏਗੀ ਉਨਾ ਹੀ ਸਾਨੂੰ ਬਿਜ਼ਨਸ ਕਰਨਾ ਵੀ ਈਜ਼ੀ ਹੋਏਗਾ। ਤਾਂ ਇਹਦੇ ਉੱਤੇ ਵੀ ਰੱਖਿਆ ਗਿਆ ਉਹਨਾਂ ਦਾ ਫੋਕਸ ਕਿ ਵੀ ਹਾਂਜੀ ਜਿਹੜੇ ਨਾਰਮਲ ਸਟਾਰਟਅਪਸ ਨੇ ਉਹਨਾਂ ਨੂੰ ਉਹ ਸਟਾਰਟਅਪ ਕਰ ਸਕਣ ਤੇ ਬਿਜ਼ਨਸ ਦੇ ਵਿੱਚ ਆ ਸਕਣ। ਔਰ ਇਸ ਦੇ ਨਾਲ ਹੀ ਜੇ ਤੁਸੀਂ ਬਿਜ਼ਨਸ ਦੇ ਵਿੱਚ ਰੱਖਿਆ ਜਾਵੇ ਤਾਂ ਉਹਨਾਂ ਨੇ ਮੇਡ ਇਨ ਇੰਡੀਆ ਨੂੰ ਵੀ ਇਹਦੇ ਵਿੱਚ ਵੀ ਪ੍ਰਮੋਟ ਕੀਤਾ ਗਿਆ ਕਿ ਮੇਡ ਇਨ ਇੰਡੀਆ ਕਿ ਵੀ ਜਿਹੜੀਆਂ ਬਾਹਰੋਂ ਐਕਸਪੋਰਟ ਹੋ ਰਹੀਆਂ ਸੀ ਚੀਜ਼ਾਂ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਉਹਨਾਂ ਨੇ ਐਕਸਾਈਜ਼ ਡਿਊਟੀਜ਼ ਜਾਂ ਟੈਕਸ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਵੀ ਵਧਾਇਆ ਤਾਂ ਕਿ ਲੋਕ ਮੇਡ ਇਨ ਇੰਡੀਆ ਆਪਣੇ ਇੱਥੇ ਦੀ ਮਤਲਬ ਇੱਥੇ ਹੀ ਜ਼ਿਆਦਾ ਆਪਣੀਆਂ ਚੀਜ਼ਾਂ ਨੂੰ ਬਣਾਉਣ ਤੇ ਇੱਥੇ ਹੀ ਪ੍ਰਮੋਟ ਕਰਨ। ਤਾਂ ਇਦਾਂ ਦੇ ਬਹੁਤ ਸਾਰੇ ਛੋਟੇ ਛੋਟੇ ਪੁਆਇੰਟ ਨੇ ਜਿਹੜੇ ਬਜਟ ਦੇ ਵਿੱਚ ਰੱਖੇ ਗਏ ਨੇ। ਤੇ ਦਲਜੀਤ ਜੀ ਮੈਂ ਤੁਹਾਡੇ ਵੱਲ ਆਉਂਗਾ ਕਿਉਂਕਿ ਜਿੱਦਾਂ ਮੈਂ ਅੱਗੇ ਵੀ ਗੱਲ ਕੀਤੀ ਕਿ ਇਸ ਵੇਲੇ ਸਾਡੇ ਦੋਸਤਾਂ ਦਾ ਵੀ ਹਰੇਕ ਦਾ ਧਿਆਨ ਲੱਗਾ ਹੋਇਆ ਕਿ ਪੰਜਾਬ ਦੇ ਵਿੱਚ ਚੋਣਾਂ ਹੈ ਤੇ ਉੱਥੇ ਕੀ ਮਾਹੌਲ ਚੱਲ ਰਿਹਾ। ਪਰ ਇਹਦੇ ਵਿੱਚ ਜਿੱਦਾਂ ਖੱਤਰੀ ਸਾਹਿਬ ਨੇ ਕਿਹਾ ਕਿ ਵਿਸ਼ਾ ਬਹੁਤ ਵੱਡਾ ਹੈ ਤੇ ਬਹੁਤ ਜ਼ਿਆਦਾ ਖੁੱਲ੍ਹ ਕੇ ਗੱਲਬਾਤ ਕੀਤੀ ਜਾ ਸਕਦੀ ਆ, ਪਰ ਆਪਣੀ ਜਿਹੜਾ ਜ਼ਿਆਦਾ ਫੋਕਸ ਹੈ ਉਹ ਅੱਜ ਵੀ ਇਲੈਕਸ਼ਨਾਂ ਤੇ ਰਹੂਗਾ। ਪਰ ਮੈਂ ਇੱਕ ਦੋ ਮੁੱਦੇ ਇਹਦੇ ਵਿੱਚ ਬਜਟ ਦੇ ਮੁਤਾਬਿਕ ਬਜਟ ਦੇ ਰਿਲੇਟਡ ਤੁਹਾਡੇ ਨਾਲ ਵਿਚਾਰਨਾ ਚਾਹੂੰਗਾ। ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਾਫੀ ਵੱਖੋ ਵੱਖਰੇ ਪੋਰਸ਼ਨਸ ਬਜਟ ਨੂੰ ਵੰਡਿਆ ਗਿਆ, ਪਰ ਇਸ ਚੀਜ਼ ਦਾ ਵਿਰੋਧ ਹੋ ਰਿਹਾ ਕਿ ਬਜਟ ਜਿਹੜਾ ਆ ਉਹ ਕਾਰਪੋਰੇਟ ਦੇ ਪੱਖ ਦੇ ਵਿੱਚ ਆ, ਆਮ ਜਿਹੜੀ ਜਨਤਾ ਹੈ ਉਹਦੇ ਵੱਲੋਂ ਇਸ ਬਜਟ ਦਾ ਵਿਰੋਧ ਕੀਤਾ ਜਾ ਰਿਹਾ। ਜੇ ਕਿਸਾਨਾਂ ਦੀ ਗੱਲ ਕਰਾਂ ਤਾਂ ਕਿਸਾਨਾਂ ਨੇ ਵੀ ਇਹਦਾ ਬਜਟ ਦਾ ਵਿਰੋਧ ਕੀਤਾ। ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ? ਦੇਖੋ ਬਜਟ ਹਰ ਵਾਰ ਪੇਸ਼ ਹੁੰਦਾ ਤੇ ਬਜਟ ਦਾ ਮਤਲਬ ਇਹ ਹੈ ਕਿ ਅਗਲੇ ਸਾਲ ਦੇ ਲਈ ਕਿੰਨੀ ਸਾਨੂੰ ਆਮਦਨ ਹੋਣੀ ਆ ਤੇ ਕਿੰਨੇ ਸਾਡੇ ਖਰਚ ਹੋਣੇ ਆ। ਅਸੀਂ ਘਰ ਤੋਂ ਹੀ ਇਹ ਅੰਦਾਜ਼ਾ ਲਾ ਦਈਏ ਕਿ ਬਹੁਤ ਵਧੀਆ ਗੱਲ ਆ ਹੁਣ ਕਿ ਅਸੀਂ ਇਹਦੇ ਉੱਤੇ ਗੱਲ ਕਰਨ ਲੱਗ ਗਏ ਬਜਟ ਦੇ ਉੱਤੇ, ਪਰ ਸਾਡੇ ਇਹ ਸੁਭਾਅ ਬਣ ਚੁੱਕਿਆ ਕਿ ਅਸੀਂ ਬਜਟ ਦੇ ਉੱਤੇ ਗੱਲ ਨਹੀਂ ਕਰਦੇ। ਅਸੀਂ ਈਵਨ ਕਿ ਘਰ ਦਾ ਨਹੀਂ ਪਲਾਨ ਕਰਦੇ। ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਦੇਖ ਲਈਏ ਕਿ ਅਸੀਂ ਕਦੀ ਮਹੀਨੇ ਦਾ ਜਿੱਦਣ ਤਨਖਾਹ ਆਉਂਦੀ ਆ ਉਸ ਦਿਨ ਪਲਾਨ ਨਹੀਂ ਬਣਾਉਂਦੇ। ਉਸ ਦਿਨ ਅਸੀਂ ਇਹ ਨਹੀਂ ਸੋਚਦੇ ਵੀ ਕਿੰਨੇ ਪੈਸੇ ਕਿੱਥੇ ਜਾਣੇ ਆ, ਅਸੀਂ ਜਿੱਦਾਂ ਆਈ ਜਾਂਦਾ ਆ ਕੰਮ ਨਾਲ ਨਾਲ ਚਲਾਈ ਜਾਂਦੇ ਆ। ਇਸੇ ਕਰਕੇ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਲਾਸਟ ਵਾਲਾ ਮੰਥ ਹੁੰਦਾ ਵੀਕ ਹੁੰਦਾ ਉਹਦੇ ਵਿੱਚ ਬਹੁਤ ਅਸੀਂ ਟਾਈਟ ਹੋ ਜਾਂਦੇ ਆ। ਪਰ ਇਹ ਬਹੁਤ ਵਧੀਆ ਗੱਲ ਹੋਈ ਹੈ ਕਿ ਇਸ ਵਾਰ ਲੋਕਾਂ ਨੇ ਭਾਰਤ ਦੇ ਬਜਟ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤੇ ਸੁਣਨੀ ਵੀ ਗੱਲ ਸ਼ੁਰੂ ਕੀਤੀ, ਸਮਝਣੀ ਵੀ ਸ਼ੁਰੂ ਕੀਤੀ। ਕਿਉਂਕਿ ਬਜਟ ਨਾ ਤਾਂ ਸਾਨੂੰ ਪੜ੍ਹਾਇਆ ਜਾਂਦਾ ਆ ਤੇ ਨਾ ਸਾਨੂੰ ਸਿਖਾਇਆ ਜਾਂਦਾ ਆ ਤੇ ਨਾ ਇਹਦੇ ਬਾਰੇ ਗੱਲ ਕੀਤੀ ਜਾਂਦੀ ਸੱਥਾਂ ਦੇ ਵਿੱਚ। ਹੁਣ ਇਹ ਗੱਲ ਵੀ ਹੋ ਰਹੀ ਆ, ਮੀਡੀਆ ਦੇ ਵਿੱਚ ਵੀ ਗੱਲ ਚੱਲੀ ਆ, ਪਰ ਇਹ ਆ ਕਿ ਆਮ ਲੋਕਾਂ ਦੇ ਲਈ ਇਹਦੇ ਵਿੱਚ ਕੀ ਆ, ਕਿਉਂਕਿ ਬਜਟ ਬਣਾਇਆ ਇਹ ਆ ਕਿਉਂਕਿ ਵੱਖਰੇ ਵੱਖਰੇ ਡਿਪਾਰਟਮੈਂਟ ਤੋਂ ਡਾਟਾ ਇਕੱਠਿਆ ਕੀਤਾ ਜਾਂਦਾ, ਫਿਰ ਉਹ ਤੋਂ ਪੁੱਛਿਆ ਜਾਂਦਾ ਸਾਨੂੰ ਕੀ ਚਾਹੀਦਾ, ਪੰਚਾਇਤ ਨੂੰ ਕੀ ਚਾਹੀਦਾ, ਖੇਤੀਬਾੜੀ ਸੈਕਟਰ ਨੂੰ ਕੀ ਚਾਹੀਦਾ, ਫਿਰ ਉਹਨਾਂ ਨੂੰ ਡਿਵੀਜ਼ਨ ਕੀਤੀ ਜਾਂਦੀ ਆ। ਕਿਉਂਕਿ ਅੱਜ ਵੀ ਭਾਰਤ ਦੀ ਸਮੱਸਿਆ ਇਹ ਆ ਕਿ ਅੱਜ ਵੀ ਸਾਡੇ ਕੋਲ 100 ਦੇ ਵਿੱਚੋਂ ਸਿਰਫ 7 ਬੰਦੇ ਆ ਜਿਹੜੇ ਕਿ ਡਾਇਰੈਕਟ ਟੈਕਸ ਦਿੰਦੇ ਆ, ਬਾਕੀ ਇਨਡਾਇਰੈਕਟ ਟੈਕਸ ਦੇ ਥਰੂ ਹੀ ਇੱਥੇ ਤੱਕ ਆ ਰਹੇ ਆ। ਜਿੱਦਾਂ ਖੱਤਰੀ ਸਾਹਿਬ ਨੇ ਬਹੁਤ ਵਧੀਆ ਐਕਸਪਲੇਨ ਕੀਤਾ, ਭਾਵੇਂ ਕਿ ਬਹੁਤ ਵੱਡਾ ਵਿਸ਼ਾ ਹੈ, ਪਰ ਅਸੀਂ ਥੋੜੀ ਜਿਹੀ ਚਰਚਾ ਇੱਥੇ ਕਰਨੀ ਚਾਹੁੰਦੇ ਆ ਤਾਂ ਕਿ ਲੋਕਾਂ ਦੇ ਵਿੱਚ ਇਹ ਰੁਝਾਨ ਬਣੇ ਕਿ ਲੋਕੀ ਸਵਾਲ ਪੁੱਛਣਾ ਸ਼ੁਰੂ ਕਰਨ ਕਿ ਕਿਸ ਤਰ੍ਹਾਂ ਦੇ ਨਾਲ ਇਹ ਬਜਟ ਤੇ MLA MP ਕਿੱਦਾਂ ਸਾਨੂੰ ਅੱਗੇ ਪੈਸੇ ਦੇ ਸਕਦੇ ਆ। ਪਰ ਹੁਣ ਇਹਦੇ ਵਿੱਚ ਇਹ ਹੈ ਕਿ ਆਮ ਲੋਕਾਂ ਦੇ ਲਈ ਕੋਈ ਖਾਸ ਏਡੀ ਪ੍ਰਾਵਧਾਨ ਨਹੀਂ ਰੱਖਿਆ ਗਿਆ। ਜਿਹੜੇ ਬੰਦੇ ਆਪਾਂ ਗੱਲ ਵੀ ਕੀਤੀ ਵੀ 100 ਦੇ ਵਿੱਚੋਂ 7 ਬੰਦੇ ਜਿਹੜੇ ਖਾਸ ਤੌਰ ਤੇ ਸੈਲਰੀ ਵਾਲੇ ਆ ਜਿਹੜੇ ਟੈਕਸ ਦਿੰਦੇ ਆ, ਉਹਨਾਂ ਦੇ ਲਈ ਕੋਈ ਖਾਸ ਪ੍ਰਾਵਧਾਨ ਨਹੀਂ, ਮੱਧ ਵਰਗ ਦੇ ਲਈ ਕੋਈ ਬਹੁਤਾ ਰੱਖਿਆ ਨਹੀਂ ਗਿਆ। ਪਰ ਇਹ ਜ਼ਰੂਰ ਹੈਗਾ ਵੀ ਉਹਨਾਂ ਉੱਤੇ ਐਕਸਟਰਾ ਬੋਝ ਵੀ ਨਹੀਂ ਪਾਇਆ ਗਿਆ। ਤੇ ਆਮ ਲੋਕਾਂ ਦੇ ਲਈ ਕੀ ਹੁੰਦਾ ਕਿ ਕਿਰਾਇਆ, ਜਿੱਦਾਂ ਕਹਿ ਲਓ ਕਿ ਕਿਰਾਏ ਦੀ ਬੜੀ ਰੇਲਵੇ ਦਾ, ਕਿਉਂਕਿ ਅੱਗੇ ਪਹਿਲਾਂ ਵੱਖਰਾ ਵੱਖਰਾ ਬਜਟ ਆਉਂਦਾ ਹੁੰਦਾ ਸੀ, ਹੁਣ ਇਹ ਇਕੱਠਾ ਹੀ ਕਰਦੇ ਆ। ਤੇ ਆਮ ਲੋਕਾਂ ਇਹ ਸੋਚਦੇ ਸੀ ਵੀ ਸ਼ਾਇਦ ਕਿਰਾਇਆ ਘਟ ਜਾਵੇ। ਆਮ ਲੋਕਾਂ ਨੂੰ ਇਹ ਹੁੰਦਾ ਉਹਨੇ ਤਾਂ ਟਰੈਵਲ ਕਰਨਾ, ਉਹਨਾਂ ਨੂੰ ਬਹੁਤੀ ਵੱਡੀ ਗੱਲ ਦੀ ਨਹੀਂ ਹੁੰਦੀ ਕਿ ਬਹੁਤ ਅਸੀਂ ਤਕੜੀਆਂ ਚੀਜ਼ਾਂ ਦੇ ਉੱਤੇ, ਕਿਉਂਕਿ ਇਹ ਤਾਂ ਬਹੁਤ ਵੱਡੀ ਗੱਲ ਆ ਕਿ ਆਮ ਜੇ ਕਿਰਾਇਆ ਘੱਟ ਕਰ ਦਿੰਦੇ ਉਹਦੇ ਨਾਲ ਵੀ ਜ਼ਿਆਦਾ ਵਾਧਾ ਹੋ ਸਕਦਾ। ਭਾਵੇਂ ਕਿ 400 ਟ੍ਰੇਨਾਂ ਹੋਰ ਸ਼ੁਰੂ ਕਰਨ ਦੇ ਲਈ ਕੀਤੇ ਆ ਇਹਨਾਂ ਨੇ ਕਿ ਜਿਹੜੀ ਇੱਕ ਬੰਦੇ ਭਾਰਤ ਇਹਨਾਂ ਨੇ ਚਲਾਈ ਸੀ ਸਕੀਮ, ਪਰ ਆਮ ਲੋਕਾਂ ਦੇ ਲਈ ਬਹੁਤਾ ਜ਼ਿਆਦਾ ਹੈ ਨਹੀਂ। ਖਾਸ ਤੌਰ ਤੇ ਮਨਰੇਗਾ ਦੀ ਆਪਾਂ ਗੱਲ ਕਰ ਲਈਏ, ਉਹਦੇ ਲਈ ਇਨਾਫ ਮਨੀ ਜ਼ਿਆਦਾ ਨਹੀਂ ਰੱਖੀ ਗਈ ਕਿਉਂਕਿ ਆਮ ਲੋਕ ਜਿਹੜੇ ਗਰੀਬ ਲੋਕ ਨੇ, ਮਨਰੇਗਾ ਜਿਹਨੂੰ ਪਹਿਲਾਂ ਨਰੇਗਾ ਹੁੰਦੀ ਸੀ ਨਹੀਂ ਮਨਰੇਗਾ ਕਰ ਦਿੱਤੀ, ਉਹਦੇ ਲਈ ਪ੍ਰਾਵਧਾਨ ਏਦਾਂ ਨਹੀਂ। ਈਵਨ ਕਿ ਜਿਹੜੇ ਮਾਹਰ ਆ ਉਹ ਵੀ ਕਹਿ ਰਹੇ ਆ ਵੀ ਬਜਟ ਦੇ ਲਈ ਇੰਨਾ ਜ਼ਿਆਦਾ ਵਧਾਇਆ ਨਹੀਂ ਗਿਆ। ਫਿਰ GDP ਦੀ ਗੱਲ, ਭਾਵੇਂ ਕਿ ਸੀਤਾ ਰਮਨ ਹੁਣੀ ਇਹ ਗੱਲ ਕਹੀ ਆ ਕਿ ਜਿਹੜਾ ਸਾਡਾ ਬਜਟ ਆ ਇਹ ਬਹੁਤ ਵਧੀਆ ਆ, ਇਹਦੇ ਉੱਤੇ ਗੱਲਬਾਤ ਜਿਹੜੀ ਹੋਣੀ ਚਾਹੀਦੀ, ਪਰ ਮਾਹਰ ਇਹ ਮੰਨਦੇ ਆ ਵੀ ਇਹਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਇਗਨੋਰ ਕਰ ਦਿੱਤਾ ਗਿਆ ਆ, ਹੋਰ ਬਹੁਤ ਜ਼ਿਆਦਾ ਪੈਸੇ ਚਾਹੀਦੇ ਸੀ। GDP ਜਿਹੜੀ ਆ ਉਹ ਕਿਹਾ ਜਾ ਰਿਹਾ ਵੀ 9.2% ਤੱਕ ਗਰੋ ਕਰ ਸਕਦੀ ਆ, ਪਰ ਆਮ ਲੋਕਾਂ ਨੂੰ ਕੀ ਫਾਇਦਾ ਇਹਦੇ ਬਾਰੇ ਹੋਏਗਾ, ਇਹਦੇ ਬਾਰੇ ਅਜੇ ਸੋਚਣ ਵਾਲੀ ਗੱਲ ਆ। ਪਰ ਇੱਥੇ ਇਹ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਨਾਲ ਇਹ ਬਜਟ ਆਇਆ, ਜਿਨ੍ਹਾਂ ਨੇ ਇਹ ਕਿਹਾ ਵੀ 2047 ਤੱਕ ਦਾ ਅਸੀਂ ਰੋਡ ਮੈਪ ਬਣਾਤਾ, ਇਹ ਤੋਂ ਇਹਨਾਂ ਨੇ ਆਪਣੀਆਂ ਇਛਾਵਾਂ ਵੀ ਇਹ ਜ਼ਾਹਰ ਕਰ ਦਿੱਤੀਆਂ ਆ ਵੀ ਅਗਲੇ 2047 ਤੱਕ ਸਾਡੀ ਸਰਕਾਰ ਦੇ ਵਿੱਚ ਰਹਿਣ ਦੀ ਪਲੈਨਿੰਗ ਵੀ ਆ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆਵਾਜਾਈ ਦੇ ਉੱਤੇ ਤੇ ਖਾਸ ਤੌਰ ਤੇ ਪਹਾੜੀ ਰਾਜਾਂ ਦੇ ਉੱਤੇ ਬਹੁਤ ਜ਼ਿਆਦਾ ਖਰਚ ਕਰਨਾ,
ਪਰ ਉਹ ਜਿਹੜੇ ਮੈਦਾਨੀ ਪਹਿਲੇ ਜਿਹੜੇ ਪਿਛੜ ਰਹੇ ਆ ਰਾਜ, ਖਾਸ ਤੌਰ ਤੇ ਪੰਜਾਬ ਵਰਗੇ ਸਟੇਟ ਜਿਹੜੇ ਕਿ ਪਹਿਲਾਂ ਬਹੁਤ ਜ਼ਿਆਦਾ ਐਡਵਾਂਸ ਸੀ, ਉਹਨਾਂ ਨੂੰ ਪਿੱਛੇ ਧਕੇਲ ਕੇ ਬਾਕੀ ਰਾਜਾਂ ਨੂੰ ਜ਼ਿਆਦਾ ਪ੍ਰਾਇਓਰਟੀਜ਼ ਦੇਣੀਆਂ, ਇਹਦੇ ਮਾਮਲੇ ਦੇ ਉੱਤੇ ਵੀ ਗੱਲਬਾਤ ਜਿਹੜੀ ਆ ਹੋਣੀ ਚਾਹੀਦੀ ਆ। ਇਹਦੇ ਲਈ ਜ਼ਰੂਰਤ ਆ ਸਾਡੇ ਐਮਪੀਸ ਨੂੰ, ਸਾਡੇ ਐਮਐਲਏਸ ਨੂੰ ਕਿ ਇਹਨਾਂ ਉੱਤੇ ਡਿਸਕਸ਼ਨ ਹੋਣ। ਪਰ ਜਿੰਨਾ ਚਿਰ ਤੱਕ ਆਮ ਲੋਕ ਨਹੀਂ ਭਾਗੀਦਾਰ ਬਣਦੇ ਉਹਨਾਂ ਚਿਰ ਤੱਕ ਸ਼ਾਇਦ ਕੋਈ ਵਧੀਆ ਸਾਰਥਕ ਸਿੱਟਾ ਨਾ ਨਿਕਲੇ। ਬਿਲਕੁਲ, ਮੈਂ ਇਹ ਜਿਹੜੀ ਤੁਸੀਂ ਗੱਲਬਾਤ ਦੋਨਾਂ ਨੇ ਦੱਸੀ ਆ, ਮੈਂ ਉਮੀਦ ਕਰਦਾ ਕਿ ਸਾਡੇ ਦੋਸਤਾਂ ਦਾ ਕੋਈ ਇਨਫੋਰਮੇਸ਼ਨ ਪਹੁੰਚੀ ਹੋਊਗੀ। ਜਿੱਦਾਂ ਤੁਸੀਂ ਕਿਹਾ ਕਿ ਇਹਦੇ ਤੇ ਗੱਲ ਕਰਨੀ ਜਾਂ ਅਵੇਅਰਨੈਸ ਜਿਹੜੀ ਆਪਣੇ ਆਮ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਉਣੀ ਬਹੁਤ ਜ਼ਰੂਰੀ ਆ, ਤੇ ਮੈਨੂੰ ਉਮੀਦ ਹੈ ਕਿ ਸਾਡੇ ਦੋਸਤਾਂ ਤੱਕ ਇਹਦੀ ਜਿਹੜੀ ਇਨਫੋਰਮੇਸ਼ਨ ਹੈ, ਜਿਹੜੇ ਅੰਦਰਲੇ ਜਿਹੜੇ ਇਨਸਾਈਟਸ ਹੈ ਇਹਦੀਆਂ, ਉਹ ਲੋਕਾਂ ਤੱਕ ਜ਼ਰੂਰ ਪਹੁੰਚੀਆਂ ਹੋਣਗੀਆਂ। ਤੇ ਦਲਜੀਤ ਜੀ, ਹੁਣ ਫਿਰ ਆਪਾਂ ਪੰਜਾਬ ਵੱਲ ਜੇ ਮੋੜਾ ਕੱਟੀਏ ਤਾਂ ਖੱਤਰੀ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰੂੰਗਾ। ਸਭ ਤੋਂ ਪਹਿਲਾਂ ਜਿਹੜੀ ਸੀਟ ਇਸ ਵਕਤ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਆ, ਜਿਹੜੀ ਅੰਮ੍ਰਿਤਸਰ ਪੂਰਬੀ ਵਾਲੀ, ਮੈਂ ਉਹ ਤੋਂ ਸ਼ੁਰੂਆਤ ਕਰਨੀ ਚਾਹੂੰਗਾ, ਕਿਉਂਕਿ ਉੱਥੇ ਜਦੋਂ ਬਿਕਰਮ ਸਿੰਘ ਮਜੀਠੀਆ ਹੁਣਾਂ ਦਾ 2 ਸੀਟਾਂ ਤੋਂ ਐਲਾਨ ਕੀਤਾ ਗਿਆ ਸੀ ਤਾਂ ਸਿੱਧੂ ਸਾਹਿਬ ਨੇ ਕਿਹਾ ਸੀ ਕਿ ਚੈਲੰਜ ਕਬੂਲ ਕਰੇ ਤੇ ਇੱਕੋ ਸੀਟ ਤੋਂ ਲੜੇ। 2 ਸੀਟਾਂ ਤੋਂ ਕਿਉਂ ਬਿਕਰਮ ਮਜੀਠੀਆ ਹੁਣੀ ਲੜ ਰਹੇ ਆ? ਸੋ ਬਿਕਰਮ ਮਜੀਠੀਆ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਨੂੰ ਚੈਲੰਜ ਕਬੂਲ ਹੈ ਤੇ ਮੈਂ ਸਿੱਧੂ ਸਾਹਿਬ ਨੂੰ ਲੋਕਾਂ ਨਾਲ ਪਿਆਰ ਕਰਨਾ ਸਿਖਾਉਣਾ। ਕੀ ਕਹਿਣਾ ਚਾਹੋਗੇ? ਇਸ ਵਕਤ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹ ਇੰਨੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੈਸੇ ਹੀ ਬਹੁਤ ਜ਼ਿਆਦਾ ਮਤਲਬ ਇਸ ਵਕਤ ਬੁਰਾ ਹਾਲ ਹੋਇਆ ਪਿਆ। ਮਤਲਬ ਪਤਾ ਹੀ ਨਹੀਂ ਚੱਲ ਰਿਹਾ ਵੀ ਕੌਣ ਕਿੱਧਰ ਜਾ ਰਿਹਾ। ਕੋਈ ਬੀਜੇਪੀ ਤੋਂ ਨਿਕਲ ਕੇ ਕੋਈ ਕਾਂਗਰਸ ਵੱਲ, ਕੋਈ ਕਾਂਗਰਸ ਤੋਂ ਨਿਕਲ ਕੇ ਆਪ ਵੱਲ। ਤਾਂ ਹੀ ਮੈਂ ਗਿਆ ਸੀ ਨਾ, ਰੋਜ਼ ਨਵੇਂ ਪਟਾਕੇ ਪੈ ਰਹੇ, ਮੌਸਮ ਪਲ ਪਲ ਦਾ ਬਦਲ ਰਿਹਾ। ਬਿਲਕੁਲ ਹੀ, ਉਹ ਇੰਨਾ ਜ਼ਿਆਦਾ ਰੌਲਾ ਪੈ ਰਿਹਾ। ਇਸ ਰੌਲੇ ਦੇ ਨਾਲੋਂ ਡਬਲ ਰੌਲਾ ਤਾਂ ਕਾਂਗਰਸ ਸਰਕਾਰ ਦੇ ਵਿੱਚ ਹੀ ਪੈ ਰਿਹਾ ਜੀ, ਆਪਸ ਦੇ ਵਿੱਚ ਲੀਡਰਸ਼ਿਪ ਦਾ। ਕਿ ਵੀ ਰਾਹੁਲ ਗਾਂਧੀ ਆਉਂਦੇ ਨੇ, ਸਾਰਾ ਟਾਈਮ ਲੈਕਚਰ ਦਿੰਦੇ ਨੇ, ਸਾਰੇ ਜਣੇ ਉਮੀਦ ਦੇ ਵਿੱਚ ਬੈਠੇ ਹੁੰਦੇ ਨੇ ਕਿ ਵੀ ਅੱਜ ਸੀਐਮ ਦਾ ਚਿਹਰਾ ਆਏਗਾ, ਤੇ ਉਸ ਵਕਤ ਵੀ ਉਹ ਇੱਕ ਲਾਰਾ ਜਿਹਾ ਲਾ ਕੇ ਛੱਡ ਦਿੰਦੇ ਵੀ ਆਪ ਡਿਸਾਈਡ ਕਰ ਲਓ, ਹਨਾ। ਜੋ ਵੀ ਚੀਜ਼ਾਂ ਨੇ ਇਸ ਵਕਤ ਹੋ ਰਹੀਆਂ ਨੇ ਕਿ ਵੀ ਕੁਝ ਵੀ ਕਲੀਅਰ ਨਹੀਂ ਹੈ ਇਸ ਵਕਤ ਕਾਂਗਰਸ ਸਰਕਾਰ ਦੇ ਵਿੱਚ। ਹੁਣ ਜਿਹੜੀ ਤੁਸੀਂ ਚੈਲੰਜ ਦੀ ਗੱਲ ਬੋਲੀ ਆ, ਹੁਣ ਉਹ ਚੈਲੰਜ ਦੇ ਵਿੱਚ ਵੀ ਮੈਂ ਜਿਹੜੀ ਚੀਜ਼ ਨੂੰ ਦੇਖਦਾ ਪਿਆ ਆ ਪਰਸਨਲੀ ਤੌਰ ਤੇ, ਕਿ ਵੀ ਮੈਂ ਇਹਨੂੰ ਚੀਜ਼ ਨੂੰ ਦੇਖਿਆ ਕਿ ਵੀ ਜਿਹੜੀ ਮਜੀਠੀਆ ਤੋਂ ਜਿਹੜੀ ਸੀਟ ਛੱਡੀ ਗਈ ਆ, ਉਹ ਸੀਟ ਇਹ ਨਹੀਂ ਕਿ ਵੀ ਛੱਡ ਕੇ ਕਿਸੇ ਨੂੰ ਮਤਲਬ ਅਕਾਲੀ ਦਲ ਦਾ ਕੋਈ ਨਾਰਮਲ ਵਰਕਰ ਸੀਗਾ ਤੇ ਉਹਨੂੰ ਉੱਥੇ ਖੜਾ ਦਿੱਤਾ ਗਿਆ। ਉਹਨਾਂ ਨੇ ਆਪਣੀ ਵਾਈਫ ਨੂੰ ਵੀ ਉੱਥੋਂ ਖੜਾਇਆ ਜੀ। ਮਤਲਬ ਜੇ ਸੀਟ ਚਲੇ ਵੀ ਗਈ ਤਾਂ ਫਿਰ ਵੀ ਘਰ ਦੇ ਵਿੱਚ ਹੀ ਰਹਿ ਗਈ ਆ, ਔਰ ਉਹਦੇ ਵੀ ਹੱਲ ਹੈਗੇ ਨੇ ਕਿ ਅੱਗੇ ਕਿਵੇਂ ਉਹ ਵਾਪਸ ਲੈ ਸਕਦੇ ਜੀ। ਤਾਂ ਉਹ ਕੋਈ ਉਹਨਾਂ ਨੇ ਬਹੁਤ ਵੱਡਾ ਬਲੀਦਾਨ ਨਹੀਂ ਕਰ ਦਿੱਤਾ ਕਿ ਵੀ ਹਾਂ ਵੀ ਮੈਂ ਸ਼ਾਇਦ ਛੱਡਤੀ ਹੈ ਕਿ ਵੀ ਮੈਂ ਆ ਗਿਆ ਆ। ਤਾਂ ਇਸ ਤਰੀਕੇ ਦੇ ਨਾਲ ਮੈਨੂੰ ਤਾਂ ਜੋ ਵੀ ਇਹ ਬਹੁਤ ਜ਼ਿਆਦਾ ਕਹਿ ਦੋ ਕਿ ਵੀ ਹਰੇਕ ਪਾਸੇ, ਚਾਹੇ ਹੁਣ ਇੱਧਰ ਜਦੋਂ ਤੁਸੀਂ ਚੰਨੀ ਦੀ ਗੱਲ ਕਰਦੇ ਹੋ ਜੀ, ਚਰਨਜੀਤ ਸਿੰਘ ਚੰਨੀ ਜੀ ਦਾ ਉਹਨਾਂ ਦੇ ਖੁਦ ਦੇ ਭਰਾ ਹੀ ਮਤਲਬ ਹੁਣ ਉਹ ਆਜ਼ਾਦ ਖੜ ਕੇ ਲੜ ਰਹੇ ਨੇ ਜੀ। ਤਾਂ ਮਤਲਬ ਇਹਨਾਂ ਦੀ ਆਪਸ ਦੀ ਜਿਹੜੀ ਪਰਿਵਾਰਾਂ ਦਾ ਜੋ ਚੱਲ ਰਹੇ ਨੇ ਵਿੱਚ ਹੀ ਵੋਟਾਂ ਦਾ ਜੋ ਚੱਲ ਰਿਹਾ, ਬਹੁਤ ਜ਼ਿਆਦਾ ਮਤਲਬ ਮੈਨੂੰ ਤਾਂ ਇਸ ਚੀਜ਼ ਦੇ ਵਿੱਚ ਬੜਾ ਮਤਲਬ ਦੇਖਣ ਦੇ ਵਿੱਚ ਮਜ਼ਾ ਵੀ ਆ ਰਿਹਾ ਪਰ ਇੰਜੋਏ ਵੀ ਕਰ ਰਿਹਾ। ਪਰ ਲੇਕਿਨ ਮੇਰੀ ਜਿੱਦਾਂ ਕਿ ਵੀ ਇਸ ਚੀਜ਼ ਦੇ ਉੱਤੇ ਕਾਫੀ ਜ਼ਿਆਦਾ ਰਾਏ ਇਹੀ ਹੈ ਕਿ ਵੀ ਲੋਕਾਂ ਨੂੰ ਖੁਦ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਹੈ, ਨਾ ਕਿ ਇਹ ਚੀਜ਼ ਦੇ ਉੱਤੇ ਕਿ ਵੀ ਹਾਂ ਵੀ ਉਹਨੇ ਚੈਲੰਜ ਕੀਤਾ ਸੀਗਾ ਤੇ ਉਹ ਜਿੱਤ ਗਿਆ, ਅੱਜ ਇਹ ਖੜਾ ਹੋ ਗਿਆ ਤਾਂ ਮੈਂ ਇਹਨੂੰ ਵੋਟ ਪਾ ਦੇਵਾਂ ਤੇ ਮੈਂ ਜਿਤਾਉਣਾ ਆ। ਉਹ ਆਪਣੇ ਸੋਚ ਸਮਝ ਕੇ ਇੱਕ ਚੰਗੇ ਲੀਡਰ ਨੂੰ ਚੁਣਨਾ, ਨਾ ਕਿ ਇਹਨਾਂ ਚੈਲੰਜਾਂ ਦੇ ਵਿੱਚ ਫਸ ਕੇ ਉਹ। ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਾਨੂੰ ਜਿਹੜੀ ਆਮ ਜਨਤਾ ਆ ਉਹਨੂੰ ਕਿਤੇ ਨਾ ਕਿਤੇ ਆਪਣੀ ਵੋਟ ਦੀ ਜਿਹੜੀ ਸ਼ਕਤੀ ਆ ਜਾਂ ਵੋਟ ਦਾ ਅਧਿਕਾਰ ਆ, ਉਹਨੂੰ ਬਹੁਤ ਸੋਚ ਸਮਝ ਕੇ ਚੰਗੇ ਲੀਡਰ ਨੂੰ ਉਹਦੀਆਂ ਪਲਾਨਸ ਸੁਣ ਕੇ ਫਿਰ ਵੋਟ ਪਾਉਣੀ ਚਾਹੀਦੀ। ਪਰ ਮੇਰੇ ਖਿਆਲ ਜਿੱਦਾਂ ਆਪਾਂ ਗੱਲ ਕੀਤੀ ਕਿ ਲੋਕੀ ਕਹਿੰਦੇ ਹੋਰ ਕੁਛ ਨਾ ਹੋਵੇ ਪਰ ਸਵਾਦ ਬਹੁਤ ਆ ਰਿਹਾ ਹੈ, ਜਿੱਦਾਂ ਦੀ ਲੜਾਈ ਚੱਲ ਰਹੀ ਆ ਜਾਂ ਕੋਈ ਚੈਲੰਜ ਕੀਤਾ ਜਾ ਰਿਹਾ। ਦਲਜੀਤ ਜੀ, ਤੁਸੀਂ ਕਿੱਦਾਂ ਦੇਖਦੇ ਹੋ ਜੋ ਕੁਛ ਵੀ ਨਿਤ ਨਵੀਆਂ ਖਬਰਾਂ ਆ ਰਹੀਆਂ? ਕੋਈ ਜਿਹੜੀ ਜੇ ਆਪਾਂ ਹਰੇਕ ਕਿਸੇ ਵੀ ਪਾਰਟੀ ਦੀ ਗੱਲ ਕਰੀਏ ਤੇ ਕੋਈ ਲੀਡਰ ਕਿਸੇ ਨੂੰ ਛੱਡ ਕੇ ਤੇ ਅਗਲੇ ਦਿਨ ਉਹੀ ਲੀਡਰ ਦੂਸਰੀ ਪਾਰਟੀ ਵੱਲੋਂ ਖੜਾ ਹੁੰਦਾ, ਸਿਰਫ ਚੋਣ ਨਿਸ਼ਾਨ ਦਾ ਫਰਕ ਹੈ। ਸੋ ਇਸ ਵਕਤ ਤੁਸੀਂ ਪੰਜਾਬ ਦੀ ਰਾਜਨੀਤੀ ਜਿੱਥੇ ਵੀ ਖੜੀ ਗਈ ਆ, ਤੁਸੀਂ ਕਿੱਦਾਂ ਦੇਖਦੇ ਹੋ? ਪਹਿਲਾਂ ਤਾਂ ਇਸੇ ਅੰਮ੍ਰਿਤਸਰ ਪੂਰਬੀ ਦੀ ਸੀਟ ਦੀ ਗੱਲ ਕਰ ਲਈਏ ਕਿਉਂਕਿ ਸਭ ਤੋਂ ਹੌਟ ਸੀਟ ਇਹ ਬਣ ਚੁੱਕੀ। ਬਿਲਕੁਲ, ਹੌਟ ਸੀਟ ਇਸੇ ਕਰਕੇ ਬਣ ਚੁੱਕੀ ਆ ਕਿ ਇਹਦੇ ਵਿੱਚ 2 ਬੰਦਿਆਂ ਦਾ ਜਿਹੜਾ ਭੁੱਖਿਆ ਦਾਅ ਦੇ ਉੱਤੇ ਲੱਗ ਗਿਆ ਜੀ। ਲੜਾਈ ਹੈਗੀ ਆ ਮਾਝੇ ਦੇ ਜਰਨੈਲ ਦੀ ਕਿ ਮਾਝੇ ਦਾ ਜਰਨੈਲ ਕੌਣ। ਮਾਝੇ ਦਾ ਜਰਨੈਲ ਇਹ ਟਰਮ ਉਦੋਂ ਯੂਜ਼ ਕੀਤੀ ਜਦੋਂ ਪ੍ਰਤਾਪ ਸਿੰਘ ਕੈਰੋਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਬਣੇ ਜੀ। ਪ੍ਰਤਾਪ ਸਿੰਘ ਕੈਰੋਂ ਬੜਾ ਇੱਕ ਵਿਜ਼ਨਰੀ ਲੀਡਰ ਸੀ, ਬਹੁਤ ਵਧੀਆ ਜੇ ਦੇਖਿਆ ਜਾਵੇ ਕਿ ਹੁਣ ਤੱਕ ਦੇ ਸਭ ਤੋਂ ਕਾਮਯਾਬ ਵਧੀਆ ਡਿਸੀਜ਼ਨ ਲੈਣ ਦੇ ਵਿੱਚ ਉਹਨਾਂ ਨੂੰ ਮੰਨਿਆ ਗਿਆ ਸੀ। ਤੇ ਉਹਦੇ ਲਈ ਇਹ ਜਿਹੜੀ ਟਰਮ ਆ ਉਹ ਯੂਜ਼ ਕੀਤੀ ਗਈ। ਵੈਸੇ ਹੋਰ ਵੀ ਲੀਡਰ ਜਿੱਦਾਂ ਮੋਹਨ ਸਿੰਘ ਤੌੜ ਹੋਣੀ ਹੁੰਦੇ ਸੀਗੇ ਜੀ, ਉਹਨਾਂ ਨੂੰ ਵੀ ਕਹਿੰਦੇ ਰਹੇ। ਫਿਰ ਉਸ ਤੋਂ ਬਾਅਦ ਅਕਾਲੀ ਦਲ ਦਾ ਜਦੋਂ ਉਭਾਰ ਹੋਇਆ, ਕਾਂਗਰਸ ਦੇ ਕੋਲ ਐਡੇ ਵੱਡੇ ਕੋਈ ਲੀਡਰ ਨਹੀਂ ਆਏ। ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਇਸ ਇਲਾਕੇ ਦੇ ਵਿੱਚ ਮਾਝੇ ਦੇ ਵਿੱਚ ਬਹੁਤ ਇੱਕ ਵੱਡਾ ਕੱਦਾਵਰ ਨਾਂ ਸੀ। ਬ੍ਰਹਮਪੁਰਾ ਤੋਂ ਬਾਅਦ ਉਹ ਜਿਹੜੀ ਜਦੋਂ ਮਜੀਠੀਆ 2007 ਦੇ ਵਿੱਚ ਆਉਂਦਾ, ਭਾਵੇਂ ਕਿ ਇਹਨਾਂ ਨੂੰ ਜਿਹੜਾ ਫਾਇਦਾ ਇਸ ਗੱਲ ਦਾ ਹੀ ਮਿਲਦਾ ਵੀ ਇਹ ਇੱਕ ਖਾਸ ਬੰਦੇ ਦੇ ਸਾਲਾ ਸੀ,
ਸਾਲਾ ਸਾਹਿਬ ਸੀਗੇ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਪਹਿਲਾਂ MLA ਜਿੱਤੇ ਤੇ ਪਹਿਲੀ ਵਾਰ ਜਿੱਤਣ ਦੇ ਉੱਤੇ ਮੰਤਰੀ ਬਣਾ ਦਿੱਤਾ ਜਾਂਦਾ, ਜਦ ਕਿ ਪਹਿਲਾਂ ਕਾਰਗੁਜ਼ਾਰੀ ਆਮ ਬੰਦੇ ਦੇਖੀ ਜਾਂਦੀ ਹੈ, MLA ਦੇ ਤੌਰ ਤੇ ਕਿੱਦਾਂ ਕੰਮ ਕਰਦਾ, ਕਿੱਦਾਂ ਉਹਦਾ ਰੁਝਾਨ ਆ, ਲੋਕਾਂ ਦੀ ਕੀ ਆ ਪ੍ਰੈਫਰੈਂਸ। ਪਰ ਇਹਨਾਂ ਨੂੰ ਉਹਦਾ ਇੱਕ ਜੇ ਕਹਿ ਲਓ ਕਿ ਇੱਕ ਹੈਲਪ ਮਿਲੀ ਤੇ ਸਿੱਧੇ ਹੀ ਮੰਤਰੀ ਤੱਕ ਪਹੁੰਚ ਗਿਆ। ਹੁਣ ਉਹਦੇ ਵਿੱਚ ਇਹਨਾਂ ਨੂੰ ਫਿਰ ਐਲਾਨ ਕਰ ਦਿੱਤਾ ਗਿਆ ਕਿ ਇਹ ਹੁਣ ਮਾਝੇ ਦੇ ਜਰਨੈਲ ਆ। ਹੁਣ ਉਹ ਇਸੇ ਗੱਲ ਦਾ ਗੁੱਸਾ ਰਣਜੀਤ ਸਿੰਘ ਬ੍ਰਹਮਪੁਰਾ ਹੁਣਾਂ ਨੂੰ ਹੁੰਦਾ ਸੀ ਵੀ ਮੈਂ ਹੁਣ ਚੀਫ ਹੁੰਦਾ ਸੀ, ਵੀ ਇਹ ਮੇਰੀ ਜਿਹੜੀ ਸੀਨੀਅਰਟੀ ਆ ਉਹਨੂੰ ਨਜ਼ਰਅੰਦਾਜ਼ ਕਰਦਾ, ਇਸੇ ਕਰਕੇ ਉਹਨਾਂ ਨੇ ਬਗਾਵਤ ਵੀ ਕੀਤੀ, ਬਾਹਰ ਵੀ ਗਏ, ਫਿਰ ਚਲੋ ਵਾਪਸ ਆ ਗਏ। ਹੁਣ ਇੱਥੇ ਕੀ ਆ ਕਿ ਅਕਾਲੀ ਦਲ ਨੂੰ ਇਹ ਲੱਗਦਾ ਆ ਕਿ ਉਹਨਾਂ ਦਾ ਇਸ ਵੇਲੇ ਸਭ ਤੋਂ ਵੱਡਾ ਜੇ ਦੁਸ਼ਮਣ ਆ ਉਹ ਨਵਜੋਤ ਸਿੰਘ ਸਿੱਧੂ ਆ। ਨਵਜੋਤ ਸਿੰਘ ਸਿੱਧੂ ਨੋ ਡਾਊਟ ਇੱਕ ਸਟਾਰ ਪ੍ਰਚਾਰਕ ਆ, ਬਹੁਤ ਵਧੀਆ ਇੱਕ ਕਾਮਯਾਬ ਖਿਡਾਰੀ ਦੇ ਤੌਰ ਦੇ ਉੱਤੇ, ਮਨੋਰੰਜਨ ਦੀ ਦੁਨੀਆ ਦੇ ਵਿੱਚ ਬਹੁਤ ਕਾਮਯਾਬ ਰਿਹਾ ਜੀ, ਰਾਜਨੀਤੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਾਮਯਾਬ ਰਿਹਾ, ਜਾਨੀ ਜਿਸ ਵੀ ਖੇਤਰ ਦੇ ਵਿੱਚ ਗਿਆ ਆਪਣੀ ਪੈੜ ਜਿਹੜੀ ਆ ਜ਼ਰੂਰ ਛੱਡੀ ਆ। ਹੁਣ ਫਿਰ ਦੂਜੀ ਇਹਦੀ ਗੱਲ ਇਹ ਆ ਕਿ ਜਿਹਦੇ ਨੂੰ ਇਹ ਦੁਸ਼ਮਣ ਬਣਾਉਂਦਾ ਫਿਰ ਇਕੱਠੀ ਦੁਸ਼ਮਣੀ ਕੱਢਦਾ ਉਹਦੇ ਨਾਲ, ਫਿਰ ਉਹਨੂੰ ਛੱਡਦਾ ਨਹੀਂ, ਚਾਹੇ ਆਪਾਂ ਕ੍ਰਿਕਟ ਦੇ ਵਿੱਚ ਲਾ ਲਈਏ, ਮਨੋਰੰਜਨ ਵਿੱਚ ਲਾ ਲਈਏ ਤੇ ਚਾਹੇ ਇੱਧਰ ਲਾ ਲਈਏ। ਹੁਣ ਉਹਦੇ ਵਿੱਚ ਇਹਨਾਂ ਨੂੰ ਲੱਗਦਾ ਵੀ ਜਿੰਨਾ ਇਹ ਜ਼ਿਆਦਾ, ਕਿਉਂਕਿ ਉਹ ਸਟਾਰ ਪ੍ਰਚਾਰਕ ਆ, ਨਵਜੋਤ ਸਿੰਘ ਸਿੱਧੂ ਕੱਲਾ ਅੰਮ੍ਰਿਤਸਰ ਪੂਰਬੀ ਤੋਂ ਹੀ ਨਹੀਂ ਖੜਾ, ਉਹ ਬਾਕੀ ਜਿਹੜੀਆਂ ਸੀਟਾਂ ਉਹਨਾਂ ਨੂੰ ਵੀ ਪ੍ਰਭਾਵਿਤ ਕਰਦਾ। ਉਹ ਕਿਤੇ ਵੀ ਜਾਂਦਾ ਆ ਉਹਨੂੰ ਲੋਕੀ ਸੁਣਨ ਦੇ ਲਈ ਆਉਂਦੇ ਆ। ਪਹਿਲੀ ਤਾਂ ਉਹਨਾਂ ਦੀ ਪਲੈਨਿੰਗ ਇਹ ਆ ਮਜੀਠੀਆ ਨੂੰ ਉੱਥੇ ਲੜਾਉਣ ਦੀ, ਵੀ ਇਹਨੂੰ ਡਰ ਪਾ ਦਈਏ ਵੀ ਆਪਣੀ ਸੀਟ ਜਿਹੜੀ ਹਾਰ ਰਿਹਾ ਆ ਜੀ, ਉਹਨੂੰ ਹੋਰ ਕਿਤੇ ਨਿਕਲ, ਜਦੋਂ ਹਰ ਬੰਦੇ ਨੂੰ ਹੁੰਦਾ ਪਹਿਲਾਂ ਮੈਂ ਆਪਣਾ ਤਾਂ ਬਚਾਵਾਂ, ਆਪਣਾ ਘਰ ਬਚਾਵਾਂ, ਪਹਿਲਾਂ ਮੈਂ ਆਪਣਾ ਘਰ ਬਚਾਵਾਂ। ਉਹਦੇ ਨਾਲ ਕੀ ਹੋਇਆ ਕਿ ਉਹ ਬੰਦਾ ਉੱਥੇ ਸਟਕ ਹੋ ਜਾਊਗਾ, ਉਹ ਅੰਮ੍ਰਿਤਸਰ ਪੂਰਬੀ ਦੇ ਵਿੱਚ ਫਸਿਆ ਰਹੂਗਾ, ਕਿਉਂਕਿ ਉਹਨੂੰ ਉੱਥੇ ਜ਼ਿਆਦਾ ਜ਼ੋਰ ਲਾਉਣਾ ਪੈਣਾ, ਉਹਨੂੰ ਬਾਹਰ ਕਿਤੇ ਨਿਕਲਣ ਦਾ ਮੌਕਾ ਨਹੀਂ ਮਿਲਣਾ। ਇਸ ਕਰਕੇ ਉਹ ਇੱਕ ਤਾਂ ਉਸ ਗੱਲ ਦੇ ਉੱਤੇ ਆ ਵੀ ਬਾਕੀ ਸੀਟਾਂ ਦੇ ਉੱਤੇ ਪ੍ਰਭਾਵ ਜਿਹੜਾ ਆ ਘਟਾ ਲਿਆ ਜਾਵੇ, ਕਿਉਂਕਿ ਜੇ ਇਸ ਸੀਟ ਦੇ ਉੱਤੇ ਦੇਖਿਆ ਜਾਵੇ, ਜੇ ਮੰਨ ਲਓ ਕਿ ਮਜੀਠੀਆ ਹਾਰ ਵੀ ਜਾਂਦਾ, ਬਿਕਰਮਜੀਤ ਸਿੰਘ ਮਜੀਠੀਆ ਉਹ ਹਾਰ ਜਾਂਦਾ ਅੰਮ੍ਰਿਤਸਰ ਪੂਰਬੀ, ਉਹਦੇ ਕੋਲ ਬਹਾਨਾ ਹੈ ਵੀ ਮੇਰੀ ਥੋੜੀ ਸੀ ਸੀਟ, ਮੇਰਾ ਤਾਂ ਮਜੀਠੀਆ ਸੀ, ਮੈਂ ਤਾਂ ਮਜੀਠੀਆ ਛੱਡ ਕੇ ਆਇਆ। ਤੁਸੀਂ ਕਹਿੰਦੇ ਹਾਰ ਜਾਂਦਾ, ਬਿਕਰਮ ਸਿੰਘ ਮਜੀਠੀਆ ਹੋਣਾ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਜਿਹੜੇ ਆ ਉਹਨਾਂ ਵੀ ਮੈਨੂੰ ਵੋਟ ਪਾਉਣੀ ਆ। ਨਹੀਂ ਇਹ ਤਾਂ ਚਲੋ ਗੱਲ ਹੈਗੀ ਹੈ, ਇਹ ਗੱਲ ਉਹ ਵੀ ਕਹਿ ਸਕਦੇ, ਚਲੋ ਇਹ ਬਾਅਦ ਦੀ ਗੱਲ ਹੈ, ਉਹ ਤਾਂ ਆਪਾਂ ਦੇਖ ਸਕਦੇ ਹਾਂ, ਇਹ ਤਾਂ ਵੈਸੇ ਗੁਪਤ ਚੀਜ਼ਾਂ ਹਨ ਵੀ ਹੁਣ ਇਹ ਆਪਾਂ ਦੇਖ ਨਹੀਂ ਸਕਦੇ ਕਿ ਕਿਹੜਾ ਕਿਹਨੂੰ ਵੋਟ ਪਾਉਂਦਾ, ਪਰ ਆਪਾਂ ਕਾਰਗੁਜ਼ਾਰੀ ਬੇਸ ਦੇ ਉੱਤੇ ਗੱਲ ਲਾ ਲਈਏ ਕਿ ਹੁਣ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਅਸਲ ਦੇ ਵਿੱਚ ਇਹੀ ਟਾਰਗੇਟ ਕਰਨਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਆਫਸੈਟ ਕਰੋ, ਕਿਉਂਕਿ ਕ੍ਰਿਕਟ ਦੇ ਵਿੱਚ ਵੀ ਇਹ ਹੁੰਦਾ, ਖਾਸ ਤੌਰ ਦੇ ਉੱਤੇ ਜੇ ਆਸਟ੍ਰੇਲੀਅਨ ਟੀਮ ਦੀ ਆਪਾਂ ਗੱਲ ਕਰੀਏ, ਆਫਸੈਟ ਕਰ ਦਿੰਦੇ ਦੂਜੇ ਖਿਡਾਰੀਆਂ ਨੂੰ, ਉਹ ਆਫਸੈਟ ਕਰਨ ਦੇ ਵਿੱਚ ਉਹ ਗਲਤੀ ਕਰਦਾ। ਹੁਣ ਇੱਥੇ ਵੀ ਇਹਦੀ ਮਜੀਠੀਆ ਦੇ ਤੁਸੀਂ ਦੇਖੋ ਵੀ ਇਹ ਖਾਸ ਤੌਰ ਤੇ ਹੁਣ ਜਿੱਦਾਂ ਦੇਖਿਆ ਇੱਕ ਫਨੀ ਰੂਪ ਲੈ ਕੇ ਗਿਆ ਆ, ਹਰ ਚੀਜ਼ ਦੇ ਉੱਤੇ ਕਮੈਂਟ ਕਰਦਾ। ਕੱਲ ਟੈਂਟ ਵਾਲਾ ਫੜਿਆ ਹੋਇਆ ਸੀ ਹਨਾ, ਉਹਦੇ ਉੱਤੇ ਕਮੈਂਟ, ਚੰਨੀ ਦੇ ਉੱਤੇ ਕਮੈਂਟ ਸੀ। ਅਸਲ ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਸਟਾਈਲ ਆ ਕਿ ਉਹਨੂੰ ਅਸੀਂ ਇੱਥੇ ਘੇਰੀਏ। ਹੁਣ ਦੇਖ ਲਓ ਕਿ ਨਵਜੋਤ ਸਿੰਘ ਸਿੱਧੂ ਹੁਣ ਜ਼ਿਆਦਾਤਰ ਮਜੀਠੀਏ ਵੱਲ ਨੂੰ ਹੀ ਹੋ ਗਿਆ ਜੀ, ਇੱਕ ਤਰ੍ਹਾਂ ਦੇ ਨਾਲ ਮਾਝੇ ਦੇ ਵਿੱਚ ਕੈਦ ਕਰਕੇ ਰੱਖ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ। ਦੂਜੀ ਆ, ਮੈਂ ਜਿੱਦਾਂ ਗੱਲ ਕਰਦਾ ਸੀ ਕਿ ਨਵਜੋਤ ਸਿੰਘ ਸਿੱਧੂ ਮੰਨ ਲਓ ਕਿ ਮਜੀਠੀਆ ਜੇ ਹਾਰਦਾ ਆ, ਉਹਦੇ ਕੋਲ ਬਹੁਤਾ ਗਵਾਉਣ ਲਈ ਹੈ ਨਹੀਂ, ਉਹ ਘੱਟੋ ਘੱਟ ਜੇ ਮਜੀਠੀਆ ਉਹਨੇ ਸੀਟ ਜਿੱਤ ਜਾਣੀ, ਉਹਦੇ ਉੱਤੇ ਆਧਾਰ ਬਹੁਤ ਹੈ, ਭਾਵੇਂ ਉਹਦੀ ਵਾਈਫ ਖੜ ਜਾਵੇ ਜਾਂ ਕਿਸੇ ਨੂੰ ਵੀ ਖੜਾ ਕਰ ਦੇ, ਉਹਦੀ ਉਹ ਕਹਿਣਾ ਅਸੀਂ ਸੇਫ ਆ ਜੀ, ਮੈਂ ਤਾਂ ਇਹਨੂੰ ਟਾਰਗੇਟ ਕਰਨਾ ਹੈ। ਪਰ ਜਿਸ ਤਰੀਕੇ ਨਾਲ ਇਹ ਜਿਹੜੀ ਦੋਨੋਂ ਦੀ ਰਾਜਨੀਤੀ ਦੀ ਲੜਾਈ ਇਸ ਸੀਟ ਤੇ ਪਹੁੰਚ ਗਈ ਆ, ਪਰ ਜਿਹੜਾ ਵੀ ਇਹਨਾਂ ਦੋਨਾਂ ਚੋਂ ਜਿੱਤਦਾ ਤਾਂ ਸਾਨੂੰ ਲੱਗਦਾ ਕਿ ਦੂਸਰੇ ਦਾ ਜਿਹੜਾ ਰਾਜਨੀਤਿਕ ਕਰੀਅਰ ਆ ਉਹ ਖਤਮ ਹੋ ਸਕਦਾ। ਖਾਸ ਤੌਰ ਤੇ ਉਸੇ ਗੱਲ ਤੇ ਮੈਂ ਆਉਂਦਾ ਸੀ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਆ ਉਹਦਾ ਕੈਰੀਅਰ ਬਹੁਤ ਦਾਅ ਦੇ ਉੱਤੇ ਆ, ਜੇ ਉਹ ਸੀਟ ਹਾਰ ਜਾਂਦਾ ਉਸ ਤੋਂ ਬਾਅਦ ਉਹਦਾ ਪਹਿਲੀ ਗੱਲ ਤੇ ਇਹ ਆ ਕਿ ਏਡਾ ਪ੍ਰਭਾਵ ਨਹੀਂ ਰਹਿਣਾ, ਕਿਉਂਕਿ ਹਾਈ ਕਮਾਂਡ ਉਹਨੂੰ ਇਸ ਤੌਰ ਦੇ ਉੱਤੇ ਲੈਂਦੀ ਆ ਵੀ ਜਿੱਦ ਤੱਕ ਉਹ ਹਾਰਿਆ ਨਹੀਂ। ਭਾਵੇਂ ਕਿ ਜਦੋਂ ਉਸ ਵੇਲੇ ਉਹਨਾਂ ਨੇ ਇੱਕ ਭਾਟੀਆ ਸਾਹਿਬ ਜਿੱਤੇ ਹੁੰਦੇ ਸੀ ਕਾਂਗਰਸ ਦੇ, ਭਾਜਪਾ ਦੇ ਵੱਲੋਂ ਆਏ ਆ, ਇਹਨਾਂ ਨੇ ਉੱਥੇ ਆ ਕੇ ਕਹਿ ਲਓ ਕਿ ਉਹ ਸੀਟ ਜਿਹੜੀ ਕਿ ਪੱਕੀ ਕਾਂਗਰਸ ਦੀ ਹੁੰਦੀ ਸੀ ਅੰਮ੍ਰਿਤਸਰ ਦੀ ਲੋਕ ਸਭਾ, ਉਹ ਲੋਕ ਸਭਾ ਦੀ ਸੀਟ ਜਿੱਤੀ, ਲਗਾਤਾਰ ਜਿੱਤੀ। ਫਿਰ ਬਾਅਦ ਦੇ ਵਿੱਚ ਇਹ ਵਿਧਾਨ ਸਭਾ ਦੇ ਵਿੱਚ ਵੀ ਆਏ ਆ, ਫਿਰ ਉਹ ਵੀ ਸੀਟਾਂ ਜਿਹੜੀਆਂ ਜਿੱਤੀਆਂ ਇਹਨਾਂ ਨੇ। ਹੁਣ ਜੇ ਹਾਰ ਜਾਂਦੇ ਆ ਫਿਰ ਉਹ ਪ੍ਰਭਾਵ ਉਹ ਨਹੀਂ ਰਹਿੰਦਾ। ਦੂਜਾ ਇਹ ਆ ਕਿ ਇਹਨਾਂ ਨੂੰ ਹਾਈ ਕਮਾਂਡ ਜਿੱਦਾਂ ਦੀਆਂ ਇਹ ਹੁਣ ਤੱਕ ਰੱਖਦੇ ਰਹੇ ਆ ਕਿ ਮੇਰੇ ਬੰਦਿਆਂ ਨੂੰ ਸੀਟਾਂ ਦਿੱਤੀਆਂ ਜਾਣ, ਉਹਨਾਂ ਨੇ ਵੀ ਡਾਊਨ ਨਹੀਂ ਕੀਤਾ। ਸਿੱਧੂ ਸਾਹਿਬ ਦੇ ਕੋਲ ਹੁਣ ਇਹ ਆ ਕਿ ਉਹਨਾਂ ਕੋਲ ਬਹੁਤੀਆਂ ਆਪਸ਼ਨਸ ਹੁਣ ਹੈ ਨਹੀਂ, ਨਾ ਤਾਂ ਉਹ ਅਕਾਲੀ ਦਲ 'ਚ ਜਾ ਸਕਦੇ ਆ, ਨਾ ਭਾਜਪਾ ਦੇ ਵਿੱਚ, ਤੇ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਉਹਨਾਂ ਨੇ ਨਹੀਂ ਆਉਣ ਦੇਣਾ। ਇਸ ਕਰਕੇ ਹੁਣ ਉਹਨਾਂ ਕੋਲ ਆਪਸ਼ਨ ਇਹੀ ਆ ਵੀ ਕਾਂਗਰਸ ਦੇ ਪਿੱਛੇ ਰਹਿ ਕੇ ਇਹਦਾ ਮੁਕਾਬਲਾ ਕਰੂ। ਪਰ ਜੇ ਉਹ ਹਰਾ ਦਿੰਦੇ ਆ ਮਜੀਠੀਆ ਸਾਹਿਬ ਨੂੰ, ਇਹਦੇ ਨਾਲ ਕੱਦ ਜ਼ਰੂਰ ਵਧਣਾ ਨਵਜੋਤ ਸਿੱਧੂ ਦਾ। ਖੱਤਰੀ ਸਾਹਿਬ, ਮੈਂ ਤੁਹਾਡੇ ਕੋਲ ਵਾਪਸੀ ਕਰੂੰਗਾ। ਜਿੱਦਾਂ ਬੜੀ ਜਿਹੜੀ
ਤਸੱਲੀ ਨਾਲ ਦਲਜੀਤ ਜੀ ਹੁਣਾਂ ਨੇ ਉਸ ਸੀਟ ਬਾਰੇ ਦੱਸਿਆ। ਪਰ ਜਿਹੜਾ ਰੌਲਾ ਪੈਂਦਾ ਸੀਗਾ ਕਿ ਇੱਕ ਐਡਾ ਵੱਡਾ ਕਦਾਵਰ ਨੇਤਾ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ, ਉਹ 2 ਸੀਟਾਂ ਤੋਂ ਕਿਉਂ ਲੜ ਰਿਹਾ? ਉਹ ਤਾਂ ਆਪਣੀ 1 ਸੀਟ ਤੇ ਆ ਗਏ। ਪਰ ਦੂਸਰੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਤੋਂ ਘੇਰੇ ਦੇ ਵਿੱਚ ਆ ਗਏ, ਕਿਉਂਕਿ ਇਹ ਇਲਜ਼ਾਮ ਹੁਣ ਜਿਹੜੀ ਸੂਈ ਆ ਬਿਲਕੁਲ ਉਹਨਾਂ ਤੇ ਜਾ ਟਿਕੀ ਕਿ ਉਹ ਵੀ ਜਿਹੜੀਆਂ 2 ਸੀਟਾਂ ਤੋਂ ਲੜ ਰਹੇ ਆ। ਉੱਥੇ ਬਾਦਲ ਸਿੰਘ, ਸੁਖਬੀਰ ਸਿੰਘ ਬਾਦਲ ਹੁਣਾਂ ਨੇ ਬਿਆਨ ਵੀ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਆਪਣੀਆਂ ਦੋਵੇਂ ਸੀਟਾਂ ਹਾਰਨਗੇ। ਕਿੱਦਾਂ ਦੇਖਦੇ ਹੋ? ਦੇਖੋ ਜੀ, ਇਹ ਤਾਂ ਵਕਤ ਹੀ ਦੱਸੇਗਾ। ਇਹਦੇ ਵਿੱਚ ਤਾਂ ਆਪਾਂ ਅੱਜ ਬਿਆਨ ਕਰ ਦਈਏ, ਇਹ ਲਗਭਗ ਇਹਨੂੰ ਅਸੀਂ ਕਹਿ ਵੀ ਸਕਦੇ ਕਿ ਵੀ ਉਹਨਾਂ ਨੂੰ ਡਰ ਵੀ ਹੈ ਕਿਤੇ ਨਾ ਕਿਤੇ। ਹੋਰ ਜੇ 2 ਸੀਟਾਂ ਦਾ ਐਲਾਨ ਹੁੰਦਾ ਹੈ ਕਿਤੇ ਨਾ ਕਿਤੇ, ਇਹ ਵੀ ਕਾਂਗਰਸ ਦੇ ਵਿੱਚ ਤੇ 2 ਪੱਖ ਨਿਕਲ ਕੇ ਆਉਂਦੇ ਨੇ। ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਨਾਲੋਂ ਜ਼ਿਆਦਾ ਸੀਐਮ ਦਾ ਕੈਂਡੀਡੇਟ ਸ਼ਾਇਦ ਚੰਨੀ ਨੂੰ ਵੀ ਮੰਨਿਆ ਜਾ ਰਿਹਾ ਹੈ, ਚਰਨ ਸਿੰਘ ਚੰਨੀ ਨੂੰ ਵੀ ਮੰਨਿਆ ਜਾ ਰਿਹਾ ਕਿ ਵੀ ਸ਼ਾਇਦ ਇਹਨਾਂ ਨੂੰ ਅਸੀਂ ਸੀਐਮ ਖੜੇ ਕਰ ਸਕਦੇ ਹਾਂ ਤਾਂ ਕਿ ਇਹਨਾਂ ਨੂੰ ਸੇਫ ਜ਼ੋਨ ਦੇ ਵਿੱਚ ਲੈ ਕੇ ਜਾ ਸਕੀਏ ਕਿ ਵੀ ਹਾਂ ਵੀ ਸੇਫ ਸੀਟ ਤੋਂ ਵੀ ਖੇਡਣ ਤੇ ਦੂਜੇ ਪਾਸੇ ਤੋਂ ਵੀ ਜਾ ਕੇ ਉਹ ਚੋਣਾਂ ਲੜਨ। ਇੱਕ ਇਹ ਵੀ ਪੱਖ ਹੈ ਇਸ ਚੀਜ਼ ਦਾ ਵੀ ਜਿਹੜਾ ਦੋਨੋਂ ਪਾਸੇ ਲੜਨ ਦਾ। ਤੇ ਦੂਜੀ ਗੱਲ ਜਿਹੜੀ ਮੈਨੂੰ ਇਹ ਲੱਗਦੀ ਇਹਨਾਂ ਦੀ ਕਿ ਵੀ ਜਿਹੜਾ ਤੁਸੀਂ ਬੋਲਿਆ ਕਿ ਵੀ ਹਾਂਜੀ ਜਿਹੜੇ ਇਹਨਾਂ ਦਾ, ਮੇਰਾ ਇਸ ਦੇ ਪ੍ਰਤੀ ਇਹ ਪੱਖ ਹੈਗਾ ਕਿ ਵੀ ਜਿਹੜੀ ਦੋਨੋਂ ਪਾਸੇ ਤੋਂ ਇਹ ਲੜ ਰਹੇ ਆ ਜਾਂ ਜੋ ਵੀ ਇਹਨਾਂ ਦਾ ਚੱਲ ਰਿਹਾ, ਸੁਖਬੀਰ ਬਾਦਲ ਕਹਿ ਰਿਹਾ ਵੀ ਡਰ ਰਹੇ ਆ ਜਾਂ ਜੋ ਵੀ ਇਹਨਾਂ ਦੇ ਬਿਆਨਬਾਜ਼ੀ, ਇਹ ਤਾਂ ਬਿਆਨਬਾਜ਼ੀ ਹੋਣੀ ਹੈ। ਪਰ ਲੇਕਿਨ ਮੇਰਾ ਇਹ ਕਹਿਣ ਦਾ, ਮੇਰਾ ਜਿਹੜਾ ਪਰਸਨਲੀ ਇਹ ਹੈ ਕਿ ਇਹ ਸਿਰਫ ਉਹਨਾਂ ਦਾ ਟਾਈਮ ਹੀ ਦੱਸੇਗਾ ਵੀ ਉਹ ਕਿਸੇ ਹਲਕੇ ਤੋਂ ਜ਼ਿਆਦਾ ਜਿੱਤਦੇ ਆ। ਦਲਜੀਤ ਜੀ, ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਚਰਨਜੀਤ ਸਿੰਘ ਚੰਨੀ ਜਿਹੜੇ ਇਸ ਵਕਤ ਮੌਜੂਦਾ ਮੁੱਖ ਮੰਤਰੀ ਆ ਪੰਜਾਬ ਦੇ, ਉਹਨਾਂ ਦਾ ਆਉਣ ਵਾਲਾ ਸਿਆਸੀ ਭਵਿੱਖ ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਇੱਕ ਮੁੱਖ ਮੰਤਰੀ ਨੂੰ 2 ਸੀਟਾਂ ਤੇ ਲੜਾਉਣਾ, ਤਾਂ ਕਿਤੇ ਨਾ ਕਿਤੇ ਜਿਹੜੀ ਲੋਕ ਰਾਏ ਆ ਉਹ ਇਹ ਨਿਕਲ ਕੇ ਸਾਹਮਣੇ ਆ ਰਹੀ ਕਿ ਸ਼ਾਇਦ ਉਹ ਜਿਹੜੀ ਆਪਣੀ ਸੇਫ ਸੀਟ ਸੀ, ਜਿਹੜੀ ਜਿੱਤੋਂ ਹਮੇਸ਼ਾ ਖੜੇ ਹੁੰਦੇ ਆ, ਉਹ ਸ਼ਾਇਦ ਹਾਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਦੂਸਰੀ ਸੀਟ ਦਿੱਤੀ ਗਈ ਆ। ਨਹੀਂ, ਜਿੱਦਾਂ ਖੱਤਰੀ ਸਾਹਿਬ ਨੇ ਕਿਹਾ ਕਿ ਇੱਕ ਬਹੁਤ ਅਹਿਮ ਪੱਖ ਆ ਜੀ ਕਿ ਇੱਕ ਤਰ੍ਹਾਂ ਦੇ ਨਾਲ ਇਨਡਾਇਰੈਕਟਲੀ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਜਿੱਦਾਂ ਇਹਨਾਂ ਨੇ ਪਹਿਲਾਂ ਹੀ ਮੈਂਸ਼ਨ ਕੀਤਾ ਕਿ ਰਾਹੁਲ ਗਾਂਧੀ ਜਿਹੜੇ ਆ ਉਹ ਆਏ ਤੇ ਉਹਨਾਂ ਨੇ ਅਜੇ ਤੱਕ ਡਿਕਲੇਅਰ ਹੀ ਨਹੀਂ ਕਰ ਪਾਏ ਉਹ ਜੀ, ਪਰ ਇੱਕ ਇਸ਼ਾਰਾ ਮਾਤਰ ਜ਼ਰੂਰ ਦੇਤਾ ਜੀ। ਹੁਣ ਇਸ ਵੇਲੇ ਜੇ ਕਹੀਏ ਕਿ ਰਿਸਕ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਨਵਜੋਤ ਸਿੰਘ ਸਿੱਧੂ ਆ ਜਿਹਦੇ ਖਿਲਾਫ ਮਜੀਠੀਆ ਹਨਾ, ਤੇ ਰਿਸਕ ਇੰਨਾ ਜ਼ਿਆਦਾ ਚਰਨਜੀਤ ਸਿੰਘ ਚੰਨੀ ਨੂੰ ਨਹੀਂ ਜੀ। ਉਹਨੂੰ ਸਿਰਫ ਖੜਾ ਕਰਨ ਦਾ ਇੱਕ ਅਹਿਮ ਕਾਰਨ ਆ ਵੀ ਉਹਨੂੰ ਇਹ ਦਰਸਾਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਕਿ ਕਾਂਗਰਸ ਹਾਈ ਕਮਾਂਡ ਦੇ ਲਈ ਚਰਨਜੀਤ ਸਿੰਘ ਚੰਨੀ ਅਹਿਮ ਬੰਦਾ ਜੀ। ਜੇ ਸੀਐਮਏ ਹਾਰ ਜਾਂਦਾ, ਜੇ ਉਹ ਡਿਕਲੇਅਰ ਨਹੀਂ ਕਰਦੇ, ਮੰਨ ਲਓ ਕਿ ਡਿਕਲੇਅਰ ਨਹੀਂ ਵੀ ਕਰਦੇ, ਤੇ ਉਹਦੇ ਲਈ ਇਹ ਆ ਕਿ ਉਹਨਾਂ ਨੂੰ ਇਹ ਜ਼ਰੂਰ ਹੈ ਕਿ ਇਹ ਜ਼ਰੂਰ ਜਿੱਤ ਕੇ ਆਵੇ। ਤੇ ਇੱਕ ਤਰ੍ਹਾਂ ਦੇ ਨਾਲ ਇਸ਼ਾਰਾ ਇਹ ਹੁੰਦਾ ਕਿ ਇਹ ਬੰਦਾ ਹਾਰਨਾ ਨਹੀਂ ਚਾਹੀਦਾ। ਇੱਕ ਤਾਂ ਇਹ ਕਾਰਨ ਹੈਗਾ ਜੀ। ਦੂਜਾ, ਜਿੱਦਾਂ ਕੇਜਰੀਵਾਲ ਨੇ ਪਹਿਲਾਂ ਆਉਂਦੇ ਹੀ ਕਹਿ ਦਿੱਤਾ ਵੀ ਅਸੀਂ ਜੀ ਸਰਵੇ ਕਰਵਾਇਆ ਕਿ ਚਮਕੌਰ ਸਾਹਿਬ ਦੀ ਸੀਟ ਜਿਹੜੀ ਆ ਉਹ ਚਰਨਜੀਤ ਸਿੰਘ ਚੰਨੀ ਹਾਰ ਰਿਹਾ। ਬਿਲਕੁਲ। ਸੁਖਬੀਰ ਬਾਦਲ ਹੋਣਾ ਨੇ ਕਿਹਾ ਕਿ ਇੱਥੇ ਜਿਹੜੀ ਆ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ, ਕਿਉਂਕਿ ਇੱਥੇ ਜਿਹੜੀ ਰੇਤ ਮਾਫੀਆ ਵਗੈਰਾ ਦੇ ਵਿੱਚ ਤੇ ਨਜਾਇਜ਼ ਜਿਹੜੀ ਮਾਈਨਿੰਗ ਹੁੰਦੀ ਆ ਉਹਦੇ ਵਿੱਚ ਇਹਨਾਂ ਦਾ ਹਿੱਸਾ ਆ। ਪਹਿਲਾਂ ਕਰੋੜਾਂ ਰੁਪਈਆ ਇਹਨਾਂ ਦੇ ਰਿਸ਼ਤੇਦਾਰ ਤੋਂ ਬਰਾਮਦ ਵੀ ਹੋਇਆ, ਉਹਦੇ ਕਰਕੇ ਲੋਕਾਂ ਦੇ ਵਿੱਚ ਇਹਦੀ ਘੱਟ ਪੈਠ ਆ। ਪਰ ਇਹ ਜ਼ਰੂਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ 3 ਵਾਰ ਦਾ ਉਹ ਐਮਐਲਏ ਆ ਤੇ 1 ਵਾਰ ਉਹ ਆਜ਼ਾਦ ਵੀ ਜਿੱਤਿਆ। ਇਹਦਾ ਮਤਲਬ ਹੈ ਲੋਕਾਂ ਦੇ ਵਿੱਚ ਆਧਾਰ ਆ, ਉਹ ਏਡੀ ਕੋਈ ਕਹਿ ਲਓ ਕਿ ਏਡਾ ਨਹੀਂ ਹੈਗਾ ਕਿ ਡੇਂਜਰਸ ਸੀਟ ਉਹਦੇ ਲਈ ਹੋ ਗਈ ਆ। ਦੂਜਾ ਕਿ ਇਸ ਵੇਲੇ ਉਹ ਚੀਫ ਮਿਨਿਸਟਰ ਆ, ਉਹਦਾ ਕਿਰਦਾਰ ਉੱਥੇ ਵਧਿਆ ਹੋਏਗਾ ਉਹ ਸੀਟ ਦੇ ਉੱਤੇ ਜੀ। ਹੁਣ ਉੱਥੇ ਜਿਹੜਾ ਜਾ ਕੇ ਭਦੌੜ ਤੋਂ ਜਿਹੜਾ ਲੜਾਉਣਾ, ਉਹ ਵੀ ਤੀਜੀ ਸੂਚੀ ਦੇ ਵਿੱਚ ਜਾ ਕੇ ਦੱਸਣਾ, ਇਹ ਗੱਲ ਬੜੀ ਅਹਿਮ ਆ ਕਿ ਸ਼ਾਇਦ ਵੀ ਜੇ ਪਹਿਲੀ ਸੂਚੀ ਦੇ ਵਿੱਚ ਇਹ 2 ਤੇ ਲੜਾਉਂਦੇ ਸ਼ਾਇਦ ਬਗਾਵਤ ਹੋ ਜਾਂਦੀ। ਉਹਨੂੰ ਅਖੀਰ ਤੱਕ ਰੋਕਿਆ ਗਿਆ। ਉਹਨੂੰ ਹੁਣ ਉੱਥੇ ਭਦੌੜ ਤੋਂ, ਇਹ ਆਪਾਂ ਨੂੰ ਹੁਣ ਹਲਕਾ ਵਾਈਜ਼ ਆਪਾਂ ਨੂੰ ਦੇਖਣਾ ਪੈਣਾ ਕਿ ਭਦੌੜ ਬਰਨਾਲੇ ਜ਼ਿਲ੍ਹੇ ਦੇ ਵਿੱਚ 3 ਸੀਟਾਂ ਸੀ, ਬਰਨਾਲਾ, ਮਹਿਲ ਕਲਾਂ ਤੇ ਭਦੌੜ ਜੀ। ਇਹ 3 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ, ਉੱਥੇ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਪ੍ਰਭਾਵ ਆ। ਜੇ ਅਸੀਂ ਮਾਝੇ ਤੇ ਦੁਆਬੇ ਨੂੰ ਅਸੀਂ ਦੇਖ ਲਈਏ, ਇੱਥੇ ਆਮ ਆਦਮੀ ਪਾਰਟੀ ਦਾ ਐਡਾ ਆਧਾਰ ਨਹੀਂ। ਇਹਨਾਂ ਨੂੰ ਪਤਾ ਆ ਕਿ ਜ਼ਿਆਦਾਤਰ ਜਿਹੜਾ ਰਸੂਖ ਆ ਆਮ ਆਦਮੀ ਪਾਰਟੀ ਦਾ ਉਹ ਮਾਲਵੇ ਦੇ ਵਿੱਚ ਆ ਕਿ ਉਹਨੂੰ ਕਿੱਦਾਂ ਟਾਰਗੇਟ ਕਰਨਾ ਜੀ। ਹੁਣ ਉਹਨੂੰ ਟਾਰਗੇਟ ਕਰਨ ਦੇ ਲਈ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਉੱਥੇ ਲੈ ਕੇ ਜਾਂਦਾ ਤਾਂ ਕਿ ਜਿਹੜੇ ਦਲਿਤ ਵੋਟ ਆ ਉੱਥੇ ਦੀ ਉਹਨੂੰ ਪ੍ਰਭਾਵਿਤ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਲੱਗੇ ਵੀ ਹਾਂ ਸਾਡਾ ਜਿਹੜਾ ਚੀਫ ਮਿਨਿਸਟਰ ਆ, ਕਿਉਂਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਦਲਿਤ ਵੋਟਰ ਹੈਗੇ ਆ, ਤੇ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਆ ਉਹ ਜਿਹੜੀ ਤੋੜੀ ਜਾਵੇ। ਦੂਜਾ ਇਹ ਹੁੰਦਾ ਕਿ ਜਦੋਂ ਚੀਫ ਮਿਨਿਸਟਰ ਕਿਸੇ ਹਲਕੇ ਦੇ ਵਿੱਚ ਜਾਂਦਾ, ਉਹ ਕੱਲਾ ਇੱਕ ਇਲਾਕੇ ਤੋਂ ਨਹੀਂ ਚੋਣ ਲੜ ਰਿਹਾ ਹੁੰਦਾ, ਉਹ ਆਲੇ ਦੁਆਲੇ ਦੇ 5-6 ਹੋਰ ਹਲਕਿਆਂ ਦੇ ਉੱਤੇ ਪ੍ਰਭਾਵ ਛੱਡ ਜਾਂਦਾ ਜੀ। ਕਿਉਂਕਿ ਜਦੋਂ ਉਹਨੇ ਚੋਣ ਰੈਲੀਆਂ ਕਰਨੀਆਂ, ਆਮ ਲੋਕ ਜਿਹੜੇ ਆ ਉੱਥੇ ਗੱਲਾਂ ਬਾਤਾਂ ਹੁੰਦੀਆਂ ਜੀ, ਫਲਾਣੇ ਪਿੰਡਾਂ ਦੇ ਵਿੱਚ ਆਇਆ, ਰਿਸ਼ਤੇਦਾਰੀਆਂ ਹੁੰਦੀਆਂ, ਇਹਦੇ ਨਾਲ ਪ੍ਰਭਾਵ ਪੈਂਦਾ
ਇਸ ਕਰਕੇ ਇਹਨਾਂ ਨੇ ਉੱਥੇ ਤਾਰਨ ਦਾ ਇੱਕ ਤਰੀਕਾ ਇਹੀ ਰੱਖਿਆ ਉਹਨਾਂ ਨੇ ਕਿ ਉੱਥੇ ਜਾ ਕੇ ਅਸੀਂ ਆਮ ਆਦਮੀ ਪਾਰਟੀ ਦੇ, ਕਿਉਂਕਿ ਇਸ ਵੇਲੇ ਜਿੰਨੇ ਵੀ ਤੁਸੀਂ ਸਰਵੇਖਣ ਦੇਖ ਲਓ ਉੱਥੇ ਇਹ ਦੱਸਿਆ ਜਾਂਦਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਲੜਾਈ ਆ। ਹੁਣ ਉਸ ਲੜਾਈ ਨੂੰ ਇੱਥੇ ਇਸ ਵਾਰ ਅਕਾਲੀ ਦਲ ਨੂੰ ਟਾਰਗੇਟ ਕਰਨ ਦੀ ਬਜਾਏ ਇਹ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਟਾਰਗੇਟ ਕਰਨ ਡਏ ਆ। ਤੇ ਹੁਣ ਜਿਹੜੇ ਭਦੌੜ ਦਾ ਜਿਹੜਾ ਭਾਵੇਂ ਕੋਈ ਰਿਜ਼ਰਵ ਸੀਟ ਆ ਤੇ ਉੱਥੋਂ ਇਹ ਜੇ ਜਿੱਤ ਵੀ ਜਾਂਦੇ ਆ ਭਾਵੇਂ ਉਸ ਤੋਂ ਬਾਅਦ, ਕਿਉਂਕਿ ਬਾਅਦ ਵਿੱਚ ਸਰਕਾਰ ਬਣ ਕੇ ਜੇ ਇਹਨਾਂ ਨੂੰ ਇੱਕ ਸੀਟ ਛੱਡਣੀ ਵੀ ਪੈਂਦੀ ਆ, ਜਦੋਂ ਉਪ ਚੋਣ ਹੁੰਦੀ ਆ, ਉਪ ਚੋਣ ਦੇ ਵਿੱਚ ਅਕਸਰ ਇਹੀ ਹੁੰਦਾ ਹੈ ਕਿ ਜਿਹੜੀ ਸੱਤਾਧਰ ਹੁੰਦੀ ਆ ਉਹ ਸੀਟ ਜਿੱਤ ਜਾਂਦੀ ਆ। ਇਸ ਕਰਕੇ ਪਰ ਐਜ਼ ਏ ਸੀਐਮ, ਕਿਉਂਕਿ ਪਹਿਲਾਂ ਬਾਦਲ ਸਾਹਿਬ ਵੀ 2 ਸੀਟਾਂ ਤੋਂ ਲੜਦੇ ਰਹੇ ਆ, ਕੈਪਟਨ ਅਮਰਿੰਦਰ ਸਿੰਘ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ, ਇਹ ਲੜਾਉਂਦੇ ਆ, ਪਹਿਲਾਂ ਵੀ ਲੜਾਉਂਦੇ ਆ। ਉਹਦਾ ਕਾਰਨ ਇਹੀ ਹੁੰਦਾ ਕਿ ਅਸੀਂ ਚੀਫ ਮਿਨਿਸਟਰ ਕੱਲਾ ਸਿਰਫ ਬਾਅਦ ਦੇ ਵਿੱਚ ਹੀ ਨਹੀਂ ਜਿਤਾਉਣਾ ਹੁੰਦਾ। ਡਿਕਲੇਅਰ ਕਰਨ ਦਾ ਮਤਲਬ ਇਹੀ ਹੁੰਦਾ ਕਿ ਅਸੀਂ ਉਹ ਲੋਕ ਹਲਕੇ ਦੇ ਵਿੱਚ ਆਪਣਾ ਪ੍ਰਭਾਵ ਛੱਡ ਦਈਏ, ਉਹਨਾਂ ਲੋਕਾਂ ਨੂੰ ਘੱਟੋ ਘੱਟ ਇੰਨਾ ਹੋ ਜਾਵੇ ਜੇ ਸਾਡਾ ਚੀਫ ਮਿਨਿਸਟਰ ਬਣ ਗਿਆ ਇਸ ਹਲਕੇ ਦੀ ਨੁਹਾਰ ਬਦਲ ਸਕਦੀ ਹੈ। ਪਰ ਦਲਜੀਤ ਜੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੀ ਕਾਂਗਰਸ ਪਾਰਟੀ ਅਜੇ ਤੱਕ ਉਹਨਾਂ ਵੱਲੋਂ ਡਿਕਲੇਅਰ ਨਹੀਂ ਕੀਤਾ ਗਿਆ, ਬੇਸ਼ੱਕ ਇਸ਼ਾਰਾ ਦਿੱਤਾ ਗਿਆ, ਪਰ ਇੱਥੇ ਸੁਨੀਲ ਜਾਖੜ ਹੋਣਾ ਦਾ ਜਿਹੜਾ ਬਿਆਨ ਹੈ ਉਹ ਮੈਂ ਜ਼ਰੂਰ ਕੋਟ ਕਰਨਾ ਚਾਹੂੰਗਾ, ਕਿਉਂਕਿ ਉਹਨਾਂ ਦਾ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ 42 ਜਿਹੜੇ ਵਿਧਾਇਕ ਸੀ ਉਹ ਮੇਰੇ ਮੁੱਖ ਮੰਤਰੀ ਬਣਨ ਦੇ ਵਿੱਚ ਆਪਣੀ ਹਾਮੀ ਭਰਦੇ ਸੀ, ਤੇ ਚਰਨਜੀਤ ਸਿੰਘ ਚੰਨੀ ਹੋਣਾ ਦਾ ਸਿਰਫ 2 ਵਿਧਾਇਕ ਉਹਨਾਂ ਦੇ ਨਾਲ ਸੀ, ਜਿਹਦੇ ਵਿੱਚ ਇਸ਼ਾਰਾ ਦੇਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਕਿ ਮੈਂ ਵੀ ਇਸ ਰੇਸ ਦੇ ਵਿੱਚ ਹੈਗਾ। ਤੁਸੀਂ ਉਹਨਾਂ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ? ਅਸਲ ਵਿੱਚ ਰੇਸ ਦੇ ਨਾਲੋਂ ਉਹ ਇਹ ਦਰਸਾਉਣਾ ਚਾਹੁੰਦੇ ਆ ਕਿ ਮੈਂ ਬਹੁਤ ਵੱਡੀ ਕੁਰਬਾਨੀ ਕੀਤੀ ਆ ਜੀ, ਕਿ ਮੇਰੇ ਕਰਕੇ ਚੀਫ ਮਿਨਿਸਟਰ ਜਿਹੜੇ ਆ ਚਰਨਜੀਤ ਸਿੰਘ ਚੰਨੀ ਬਣੇ ਆ, ਅਦਰਵਾਈਜ਼ ਸਾਰੇ ਮੈਨੂੰ ਚਾਹੁੰਦੇ ਸੀ। ਅਸਲ ਦੇ ਵਿੱਚ ਉਹ ਇੱਕ ਇਹ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਮੇਰਾ ਦਿਲ ਕਿੱਡਾ ਵੱਡਾ ਆ। ਉਹਨਾਂ ਨੂੰ ਵੀ ਪਤਾ ਆ ਕਿ ਰੇਸ ਦੇ ਵਿੱਚ ਹੋਣ ਦੀ ਬਜਾਏ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਹੁਣ ਇਹ ਬਣ ਗਿਆ ਕਿ ਦਲਿਤ ਮੁੱਖ ਮੰਤਰੀ ਸਾਡਾ ਬਣ ਗਿਆ ਜੀ। ਹੁਣ ਜੇ ਮੰਨ ਲਓ ਕਿ ਅੱਜ ਵੀ ਕਾਂਗਰਸ ਡਰਦੀ ਵੀ ਇਸੇ ਗੱਲ ਕਰਕੇ ਆ ਕਿ ਜੇ ਅਸੀਂ ਹੋਰ ਕਿਸੇ ਨੂੰ ਡਿਕਲੇਅਰ ਕਰਦੇ ਆ ਜੀ, ਉਹਦਾ ਪ੍ਰਭਾਵ ਵਿਰੋਧੀ ਧਿਰ ਨੇ ਤਾਂ ਚੱਕ ਦੇਣਾ ਕਿ ਇਹ ਦਲਿਤਾਂ ਦੇ ਨਾਲ ਧੱਕਾ ਹੋਇਆ, ਉਹ ਸਾਰੀ ਵੋਟ ਜਿਹੜੀ ਆ ਟੁੱਟ ਜਾਣੀ ਆ। ਤੁਸੀਂ ਦੇਖੋ ਕਿ ਜਦੋਂ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਸਮਝੌਤਾ ਹੋਇਆ ਉਸ ਵੇਲੇ ਲੱਗਦਾ ਸੀ ਕਿ ਉਹ ਫਾਈਟ ਦੇ ਵਿੱਚ ਆ ਗਏ ਆ ਜੀ, ਪਰ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਲਿਆ ਕੇ ਮੈਦਾਨ ਦੇ ਵਿੱਚ ਬੀਐਸਪੀ ਦੀ ਸਾਰੀ ਜਿਹੜੀ ਉਹ ਰਾਜਨੀਤੀ ਸੀ ਅਕਾਲੀ ਦਲ ਦੀ ਉਹ ਸਾਰੀ ਫੇਲ ਕਰ ਦਿੱਤੀ। ਈਵਨ ਕਿ ਉਹਨਾਂ ਨੂੰ ਹੁਣ ਕੁਝ ਸੀਟਾਂ ਜਿਹੜੀਆਂ ਦੁਆਬੇ ਦੇ ਵਿੱਚ ਪੱਕੀਆਂ ਸੀਟਾਂ, ਨੋ ਡਾਊਟ ਕਿ ਦੁਆਬੇ ਦੇ ਵਿੱਚ ਉਹ ਜ਼ਿਆਦਾ ਸੀਟਾਂ ਲੈ ਕੇ ਜਾਣਗੇ ਕਿਉਂਕਿ ਜ਼ਿਆਦਾ ਪ੍ਰਭਾਵ ਹੈਗਾ ਬੀਐਸਪੀ ਦਾ ਉੱਥੇ, ਪਰ ਚਰਨਜੀਤ ਸਿੰਘ ਚੰਨੀ ਦੇ ਸਿਰਫ ਸੀਐਮ ਡਿਕਲੇਅਰ ਹੋਣ ਦੇ ਨਾਲ ਹੀ ਉੱਥੇ ਪ੍ਰਭਾਵ ਜ਼ਿਆਦਾ ਪੈ ਗਿਆ। ਉੱਥੇ ਜਿਹੜਾ ਆ ਉਹਨਾਂ ਦਾ ਕੱਟ ਆਫ ਹੋਈਆਂ ਬਹੁਤ ਸਾਰੀਆਂ ਵੋਟਾਂ। ਇਸ ਕਰਕੇ ਜਿਹੜੇ ਸੁਨੀਲ ਜਾਖੜ ਸਾਹਿਬ ਆ, ਨੋ ਡਾਊਟ ਕਿ ਇਹ ਘੱਟੋ ਘੱਟ ਇਹਨਾਂ ਦੇ ਨਾਲ ਲੀਡਰ ਹੈਗੇ ਆ, ਇਹਨਾਂ ਦੇ ਨਾਲ ਜੁੜੇ ਹੋਏ ਆ। ਦੂਜਾ ਚਰਨਜੀਤ ਸਿੰਘ ਚੰਨੀ ਉਹ ਆਪ ਕਹਿੰਦੇ ਰਹੇ ਕਿ ਮੈਂ ਤਾਂ ਸੀਐਮ ਅਹੁਦੇਦਾਰ ਦੇ ਵਿੱਚ ਰੇਸ ਦੇ ਵਿੱਚ ਹੈ ਹੀ ਨਹੀਂ ਸੀ ਜੀ, ਮੈਨੂੰ ਤਾਂ ਕੋਈ ਹੈ ਹੀ ਨਹੀਂ ਸੀਗਾ ਵੀ ਮੈਂ ਇੱਧਰ ਆਉਣਾ। ਉਹ ਤਾਂ ਫਿਰ ਬਾਅਦ ਵਿੱਚ ਇਹ ਕਹਿ ਲਓ ਕਿ ਜਦੋਂ ਫਾਈਟ ਚੱਲ ਰਹੀ ਸੀ ਜੀ, ਸੁਖਜਿੰਦਰ ਰੰਧਾਵਾ ਉਹਨਾਂ ਦੀ ਜ਼ਿਆਦਾ ਸੀਗੇ ਚਾਂਸਸ, ਉਹ ਨਵਜੋਤ ਸਿੰਘ ਸਿੱਧੂ ਕਰਕੇ ਰਹਿ ਗਏ ਜਿੱਦਾਂ ਉਹ ਦੱਸਦੇ ਆ। ਪਰ ਨੋ ਡਾਊਟ ਕਿ ਹੁਣ ਜਿਹੜਾ ਆ, ਪਹਿਲਾਂ ਤਾਂ ਇਹ ਆ ਕਿ ਜਿਹੜੀ ਸਰਕਾਰ ਬਣਦੀ ਆ ਉਹਦੇ ਵਿੱਚ ਲੋਕਾਂ ਜ਼ਰੂਰ ਇਹ ਧਿਆਨ ਰੱਖਣਾ ਚਾਹੀਦਾ ਕਿ ਕੋਈ ਵੀ ਸੀਐਮ ਬਣਦਾ ਘੱਟੋ ਘੱਟ ਉਹਦੇ ਕੋਲ ਪਲੈਨਿੰਗ, ਅਗਲੀ ਦੂਰਦਰਸ਼ਤਾ ਉਹ ਪਰ ਘਾਟ ਲੱਗਦੀ ਆ। ਜਿੰਨੇ ਵੀ ਸੀਐਮ ਦੇ ਸਾਡੇ ਕੈਂਡੀਡੇਟ ਹੈਗੇ ਆ ਉਹਦੇ ਵਿੱਚ ਇੱਕ ਦੂਰਦਰਸ਼ਤਾ ਦੀ ਘਾਟ ਆ। ਦੂਜਾ ਇਹ ਆ ਕਿ ਉਹ ਵੀ ਡਰਦੇ ਆ ਕਿ ਜੇ ਅਸੀਂ, ਕਿਉਂਕਿ ਪੰਜਾਬ ਦੇ ਇਸ ਵੇਲੇ ਹਾਲਾਤ ਇਹ ਹੋ ਚੁੱਕਿਆ ਕਿ ਲੋਕਾਂ ਨੂੰ ਕੌੜਾ ਘੁੱਟ ਭਰਨਾ ਪੈਣਾ, ਫਿਰ ਉੱਥੇ ਤੱਕ ਆਉਣੇ, ਆਪਣੇ ਖਰਚੇ ਘਟਾਉਣੇ ਪੈਣੇ ਆ। ਨਾ ਤਾਂ ਸਰਕਾਰਾਂ ਆਪਣਾ ਖਰਚਾ ਘਟਾ ਰਹੀਆਂ ਤੇ ਨਾ ਉਹ ਲੋਕੀ ਜਿਹੜੇ ਆ ਉਹ ਕੌੜਾ ਘੁੱਟ ਭਰਨ ਦੇ ਲਈ ਤਿਆਰ ਆ। ਇਸ ਕਰਕੇ ਸਿਰਫ ਇਹ ਆ ਕਿ ਅਜੇ ਤੱਕ ਲੱਗਦਾ ਨਹੀਂ ਕਿ ਆਉਣ ਵਾਲੀਆਂ ਜੇ ਸੀਟਾਂ ਜਿੱਤ ਵੀ ਜਾਂਦੀ, ਕੋਈ ਵੀ ਸਰਕਾਰ ਬਣੇ, ਕੋਈ ਵੀ ਕਿਸੇ ਵੀ ਪਾਰਟੀ ਦੀ, ਇਸੇ ਕਰਕੇ ਲੋਕੀ ਜਿਹੜਾ ਆ ਦੱਸੇ ਹੀ ਨਹੀਂ ਰਹੇ, ਲੋਕਾਂ ਦੇ ਵਿੱਚ ਇੱਕ ਪ੍ਰਭਾਵ ਹੀ ਨਹੀਂ ਕਿਸੇ ਪਾਰਟੀ ਦਾ ਬਣ ਰਿਹਾ। ਲੋਕੀ ਵੀ ਅਪਸੈਟ ਹੋਏ ਆ, ਜਿੱਦਾਂ ਹੁਣ ਇਹਨਾਂ ਨੇ ਕਿਹਾ ਖੱਤਰੀ ਸਾਹਿਬ ਨੇ ਕਿ ਇੱਥੇ ਇੱਦਾਂ ਗੁੰਝਲਾਂ ਚੱਲ ਪਈਆਂ। ਉਹ ਗੁੰਝਲਾਂ ਚੱਲਣ ਦਾ ਕਾਰਨ ਹੀ ਇਹ ਆ ਕਿ ਜਿਹੜੇ ਲੋਕ ਆ ਉਹ ਅਪਸੈਟ ਹੋ ਗਏ, ਉਹਨਾਂ ਨੇ ਸਾਰੀਆਂ ਪਾਰਟੀਆਂ ਤੋਂ ਇੱਦਾਂ ਲੱਗਦਾ ਕਿ ਉਹ ਨਿਰਾਸ਼ ਆ ਜੀ। ਬਿਲਕੁਲ। ਸੋ ਪ੍ਰੋਗਰਾਮ ਦਾ ਜਿਹੜਾ ਸਮਾਂ ਦਲਜੀਤ ਜੀ ਉਹ ਤਕਰੀਬਨ ਮੁਕੰਮਲ ਹੋ ਚੁੱਕਾ। ਖੱਤਰੀ ਸਾਹਿਬ, ਮੈਂ ਜਾਣ ਤੋਂ ਪਹਿਲਾਂ ਤੁਹਾਡੇ ਵੱਲ ਆਉਂਗਾ ਕਿ ਤੁਸੀਂ ਜਿੱਦਾਂ ਦਲਜੀਤ ਜੀ ਨੇ ਦੱਸਿਆ ਕਿ ਇਸ ਵਕਤ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਿਹੜੀ ਪੂਰੀ ਗੁੰਝਲਦਾਰੀ ਚੱਲ ਰਹੀ ਆ ਰਾਜਨੀਤੀ ਦੇ ਵਿੱਚ, ਜਾਣ ਤੋਂ ਪਹਿਲਾਂ, ਕਿਉਂਕਿ ਹਰ ਰੋਜ਼ ਆਪਾਂ ਫਿਰ ਅਗਲੇ ਹਫਤੇ ਵਾਪਸ ਆਉਣਾ, ਉਸ ਤੋਂ ਪਹਿਲਾਂ ਪਲ ਪਲ 'ਚ ਇਹ ਜਿਹੜੀ ਰਾਜਨੀਤੀ ਬਦਲ ਰਹੀ ਆ, ਤੁਸੀਂ ਜਾਣ ਲੱਗਿਆਂ ਕੁਛ ਨਾ ਕੁਛ ਜੇ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ ਹੋ। ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜੀ ਕਿ ਦੇਖੋ ਰਾਜਨੀਤੀ ਸਾਰੀ ਇੱਕ ਲੀਡਰਸ਼ਿਪ ਦੇ ਉੱਤੇ ਖੜੀ ਹੈ। ਅਸੀਂ
ਜਿੰਨੀਆਂ ਵੀ ਚੋਣਾਂ ਹੋ ਰਹੀਆਂ ਨੇ ਅਸੀਂ ਇੱਕ ਲੀਡਰ ਨੂੰ ਚੁਣਨ ਦੇ ਲਈ ਕਰ ਰਹੇ ਹਾਂ ਕਿ ਵੀ ਸਾਡੇ ਸਟੇਟ ਦਾ ਇੱਕ ਲੀਡਰ ਹੋਵੇ ਜਿਹੜੀ ਸਾਡੀ ਸਟੇਟ ਨੂੰ ਰਿਪਰੈਜ਼ੈਂਟ ਕਰੇ। ਜਿਹੜੇ ਸਾਡੇ ਸੋਰਸਿਸ ਨੇ, ਮੰਨ ਲਓ ਪੰਜਾਬ ਦੇ ਵਿੱਚ ਇੱਕ ਖੇਤੀਬਾੜੀ ਹੈ, ਠੀਕ ਹੈ ਜੀ, ਸਭ ਤੋਂ ਜ਼ਿਆਦਾ ਜਿਹੜੇ ਮੰਨਿਆ ਜਾਵੇ ਇੱਕ ਕਿੱਤਾ ਹੈਗਾ ਆ, ਉਹ ਖੇਤੀਬਾੜੀ ਨੂੰ ਵਧੀਆ ਤਰੀਕੇ ਨਾਲ ਇੱਕ ਰੁਜ਼ਗਾਰ ਵੀ ਪੈਦਾ ਕਰੇ, ਉਹਦੇ ਨਾਲ ਸਾਨੂੰ ਇਨਕਮ ਵੀ ਆਵੇ, ਮਤਲਬ ਜੋ ਸਾਡੇ ਨੈਚੁਰਲ ਸੋਰਸਿਸ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਕੇ ਅੱਗੇ ਲੈ ਕੇ ਜਾਵੇ। ਹੁਣ ਇਹਦੀ ਐਗਜ਼ਾਮਪਲ ਇੱਕ ਮੈਂ ਪਿੱਛੇ ਜੇ ਇੱਕ ਡਾਕੂਮੈਂਟਰੀ ਦੇਖਦਾ ਸੀਗਾ BBC ਦੇ ਉੱਤੇ ਹੀ, ਉਹ ਸੀਗੀ ਅਫਰੀਕਨ ਕੰਟਰੀਜ਼ ਦੇ ਉੱਪਰ ਦੇਖ ਰਿਹਾ, ਉਹਦੇ ਵਿੱਚ ਕੋਂਗੋ ਇੱਕ ਕੰਟਰੀ ਹੈ ਨਾ ਜੀ, ਡੈਮੋਕ੍ਰੇਸੀ ਆਫ ਕੋਂਗੋ। ਹੁਣ ਉਹਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਕੋਲ ਸੋਨਾ ਵੀ ਹੈ ਜੀ, ਉਹਨਾਂ ਕੋਲ ਕੋਲਾ ਵੀ ਹੈ, ਉਹਨਾਂ ਕੋਲ ਪੈਟਰੋਲ ਵੀ ਹੈ, ਮਤਲਬ ਨੈਚੁਰਲ ਸੋਰਸਿਸ ਦੀ ਕੋਈ ਕਮੀ ਨਹੀਂ ਹੈ। ਔਰ ਉੱਥੇ ਇੰਨੀ ਜ਼ਿਆਦਾ ਗਰੀਬੀ ਹੈ ਕਿ ਉੱਥੇ ਪਰ ਮਤਲਬ ਮੰਥ ਇੱਕ ਬੰਦਾ ਮੈਕਸਿਮਮ ਜਿਹੜੇ ਬਿਲਕੁਲ ਬਿਲੋ ਪਾਵਰਟੀ ਲਾਈਨ ਹੈ ਜਿਹੜੇ, ਉਹ ਇੱਕ 3000 ਪਰ ਮੰਥ, ਮਤਲਬ ਇੰਡੀਆ ਦੇ 3000, ਉੱਥੇ ਤਾਂ ਤੁਸੀਂ ਸੋਚ ਲਓ ਵੀ ਉਹ ਕਿੰਨੇ ਕੁ ਕਮਾਉਂਦੇ ਹੋਣਗੇ ਜੇ ਇੰਡੀਆ ਦੇ ਨਾਲ ਵੀ ਉਹਨੂੰ ਕੰਪੈਰੀਜ਼ਨ ਕੀਤਾ ਜਾਵੇ। 3000 ਪਰ ਮੰਥ ਜਾਂ $5 ਜਾਂ $6 ਸੌਰੀ ਮਤਲਬ ਲਾ ਲਓ ਕਿ $30 ਜੋ ਵੀ ਬਣਦੇ $60 ਪਰ ਮੰਥ ਉਹ ਉੱਥੇ ਕਮਾਉਂਦੇ ਆ, ਤਾਂ ਉਹਦੇ ਵਿੱਚ ਰੁਜ਼ਗਾਰ ਵੀ ਨਹੀਂ ਉਹਨਾਂ ਦਾ ਹੈਗਾ। ਔਰ ਉੱਥੇ ਦੀ ਡਾਕੂਮੈਂਟਰੀ ਦੇ ਵਿੱਚ ਇਹੀ ਚੀਜ਼ ਦਿਖਾਈ ਗਈ ਕਿ ਸਿਰਫ ਤੇ ਸਿਰਫ ਉਹਨਾਂ ਦੀ ਲੀਡਰਸ਼ਿਪ ਦੀ ਕਮੀ ਦੇ ਕਰਕੇ, ਕਿ ਜਿੰਨੇ ਵੀ ਉਹਨਾਂ ਨੂੰ ਲੀਡਰ ਮਿਲੇ ਆ ਉਹ ਕਰਪਟ ਮਿਲੇ ਆ, ਕਰਪਸ਼ਨ ਵਾਲੇ ਮਿਲੇ ਆ। ਸਿਰਫ ਉਹਨਾਂ ਨੇ ਆਪਣੇ ਘਰ, ਉਹਨਾਂ ਦੇ ਜਿਹੜੇ ਲੀਡਰ ਨੇ ਉਹ ਬਿਲੀਅਨ ਟ੍ਰਿਲੀਅਨ ਦੇ ਹਿਸਾਬ ਨਾਲ ਇੰਨੇ ਉਹਨਾਂ ਕੋਲ ਪੈਸਾ ਆ, ਹੱਦ ਤੋਂ ਵੱਧ, ਪਰ ਉਹਨਾਂ ਦੇ ਸੋਰਸਿਸ ਨੂੰ ਹੀ ਇਸਤੇਮਾਲ ਕਰਕੇ ਉਹ ਆਪਣਾ ਘਰ ਭਰ ਰਹੇ ਨੇ, ਨਾ ਕਿ ਉਹਨਾਂ ਨੇ ਸਟੇਟ ਨੂੰ ਦਿੱਤਾ। ਤਾਂ ਮੈਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਜਿਨ੍ਹਾਂ ਨੇ ਵੋਟ ਪਾਣੀ ਹੈ, ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਵੀ ਇੱਕ ਚੰਗੇ ਲੀਡਰ ਨੂੰ ਚੁਣੋ, ਨਾ ਕਿ ਕਿਸੇ ਕੰਪੀਟੀਸ਼ਨ ਦੇ ਵਿੱਚ ਦੇਖੋ ਕਿ ਵੀ ਕੌਣ ਕਿਹਨੂੰ ਜਿਤਾਉਣਾ ਹੈ। ਇੱਕ ਚੰਗੇ ਲੀਡਰ, ਇੱਕ ਅੱਛੀ ਸੋਚ ਨੂੰ ਚੁਣੋ, ਤਾਂ ਕਿ ਜਿਹੜਾ ਸਾਡੀ ਅੱਗੇ ਜਾ ਕੇ ਸਟੇਟ ਨੂੰ ਵਧੀਆ ਤਰੀਕੇ ਨਾਲ ਅੱਛੀ ਖੁਸ਼ਹਾਲ ਰੁਜ਼ਗਾਰ ਦੇ ਸਕੇ, ਤੇ ਜਿਹੜੇ ਸਾਡੇ ਨੈਚੁਰਲ ਸੋਰਸਿਸ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਕੇ ਸਾਡੇ ਕੰਮ ਲਿਆ ਸਕੇ। ਬਿਲਕੁਲ, ਉਹ ਕਹਿੰਦੇ ਹੁੰਦੇ ਨਾ ਖੱਤਰੀ ਸਾਹਿਬ ਕਿ ਚੰਗੇ ਜਰਨੈਲ ਬਾਝੋਂ ਕੌਮਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇੱਕ ਲੀਡਰ ਹੋਣਾ, ਇੱਕ ਚੰਗੀ ਵਿਜ਼ਨ ਵਾਲਾ ਲੀਡਰ ਹੋਣਾ, ਉਹ ਬਹੁਤ ਜ਼ਰੂਰੀ ਹੈ। ਸੋ ਪੰਜਾਬ ਦੀ ਇਸ ਵਕਤ ਭਾਲ ਜਾਰੀ ਆ, ਤੇ ਉਮੀਦ ਕਰਦੇ ਆ ਕਿ ਜਿਹੜੀਆਂ 2022 ਵਾਲੀਆਂ ਚੋਣਾਂ ਆ ਇਹਦੇ ਵਿੱਚ ਇੱਕ ਚੰਗਾ ਲੀਡਰ ਨਿਕਲ ਕੇ ਸਾਹਮਣੇ ਆਵੇ, ਜਿਹੜਾ ਪੰਜਾਬ ਨੂੰ ਜਿਹੜਾ ਦੁਬਾਰਾ ਉਹਨਾਂ ਉਚਾਈਆਂ ਤੇ ਲੈ ਕੇ ਜਾ ਸਕੇ ਜਿਹੜੇ ਜਿੱਤੇ ਉਹ ਪਹਿਲਾਂ ਸੀ। ਤੇ ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਲਸਾੜਾ ਸਾਹਿਬ ਹੋਣਾ ਨੇ ਆਪਣੇ ਡਾਲਰਾਂ ਦੇ ਗੇਟ ਚੋਂ ਹਾਜ਼ਰੀ ਲਵਾਈ ਹੈ। ਉਹ ਕਹਿੰਦੇ ਕਿ ਮੈਂ ਪ੍ਰੋਗਰਾਮ ਨੂੰ ਸੁਣ ਰਿਹਾ ਆ, ਕੰਮ ਕਰਦਾ ਸੁਣ ਰਿਹਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਸਾੜਾ ਸਾਹਿਬ। ਤੇ ਦਲਜੀਤ ਜੀ ਤੇ ਖੱਤਰੀ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਸਾਡੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫ਼ਤੇ। ਸ਼ੁਕਰੀਆ ਜੀ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਚੰਗਾ ਲੱਗਾ ਹੋਊਗਾ। ਸਾਡੀ ਗੱਲਬਾਤ ਜੇ ਚੰਗੀ ਲੱਗੀ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ, ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ, ਤਦ ਤੱਕ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਦੇ ਨਾਲ। ਹੁਣ ਮੈਨੂੰ ਦੇਵ ਸਿੱਧੂ ਨੂੰ, ਦਲਜੀਤ ਸਿੰਘ ਹੁਣਾਂ ਨੂੰ ਤੇ ਲਵੀ ਖੱਤਰੀ ਨੂੰ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।